ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਪੀਆਰਟੀਸੀ ਟਿਕਟ ਘੁਟਾਲੇ ਨਾਲ ਵਿਭਾਗ ਵਿੱਚ ਹੜਕੰਪ ਵਾਲੀ ਸਥਿਤੀ। ਜਾਂਚ ਲਈ ਫੇਰ ਪਹੁੰਚੀ ਵਿਸ਼ੇਸ਼ ਟੀਮ ਬਠਿੰਡਾ ਡਿਪੂ। ਕਰਮਚਾਰੀਆਂ ਤੇ ਅਧਿਕਾਰੀਆਂ ਤੇ ਇਲਜ਼ਾਮ। 20 ਕਰੋੜ ਰੁਪਏ ਦਾ ਪੀਆਰਟੀਸੀ ਨੂੰ ਲਗਾਇਆ ਚੂਨਾ। 4 ਸਾਲ ਤੱਕ ਬਠਿੰਡਾ ਮਲੋਟ ਚੰਡੀਗੜ੍ਹ ਵਿੱਚ ਵਰਤੀਆਂ ਗਈਆਂ ਚੋਰੀ ਦਿਖਾਈਆਂ ਟਿਕਟ ਮਸ਼ੀਨਾਂ। ਪਾਵਰਕਾਮ ਬਿਜਲੀ ਸੰਕਟ ਨਾਲ ਨਿਪਟਣ ਲਈ ਖਰੀਦੇਗਾ ਮਹਿੰਗਾ ਵਿਦੇਸ਼ੀ ਕੋਲਾ। 1500 ਕਰੋੜ ਰੁਪਏ ਦਾ ਪਵੇਗਾ ਵਾਧੂ ਬੋਝ। 1 ਜੁਲਾਈ ਤੋਂ ਮਿਲਣ ਵਾਲੀ ਮੁਫਤ ਬਿਜਲੀ ਯੋਜਨਾ ਪੈ ਸਕਦੀ ਹੈ ਖਟਾਈ ਵਿੱਚ। ਡੇਰਾ ਸਿਰਸਾ ਵਿੱਚ ਦਿਲ ਜੋੜ ਮਾਲਾ ਪਾ ਕੇ ਹੁੰਦੇ ਵਿਆਹਾਂ ਤੇ ਲਟਕੀ ਕਾਨੂੰਨੀ ਤਲਵਾਰ। ਬਠਿੰਡਾ ਅਦਾਲਤ ਵਿੱਚ ਮਿਲੀ ਚੁਣੌਤੀ। ਇੱਕ ਕੇਸ ਵਿੱਚ ਡੇਰਾ ਸਮੇਤ ਸਬੰਧ ਧਿਰਾਂ ਨੂੰ ਸੰਮਨ ਜਾਰੀ। ਕਾਨੂੰਨੀ ਧਾਰਮਿਕ ਮਾਨਤਾ ਦਾ ਮੰਗਿਆ ਆਧਾਰ। ਅਤੇ ਬਠਿੰਡਾ ਬਰਨਾਲਾ ਰੋਡ ਤੇ ਪਲਟਿਆ ਗੰਢਿਆਂ ਦਾ ਭਰਿਆ ਟਰੱਕ। ਲੋਕਾਂ ਨੂੰ ਲੱਗੀਆਂ ਮੌਜਾਂ। ਲੱਖਾਂ ਦਾ ਮਾਲ ਹੋਇਆ ਗਾਇਬ। ਸੜਕ ਨਿਰਮਾਣ ਕੰਪਨੀ ਤੇ ਲਾਪਰਵਾਹੀ ਦੇ ਇਲਜ਼ਾਮ। ਤੇ ਹੁਣ ਖਬਰਾਂ ਦਾ ਵਿਸਥਾਰ। ਇਸ ਵੇਲੇ ਕਾਂਗਰਸ ਪਾਰਟੀ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਰ ਪਾਸੇ ਵੱਡੇ ਨੇਤਾ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਤੇ ਜਿੱਥੋਂ ਤੱਕ ਰਾਜ ਸੱਤਾ ਦੀ ਗੱਲ ਹੈ ਉਹ ਵੀ ਲਗਾਤਾਰ ਸਿਮਟਦੀ ਜਾ ਰਹੀ ਹੈ। ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਨੀਲ ਜਾਖੜ ਜੋ ਦਿੱਗਜ ਆਗੂ ਸਨ ਪੰਜਾਬ ਕਾਂਗਰਸ ਦੇ, ਉਹ ਕਿਨਾਰਾ ਕਰ ਗਏ, ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਸਹਾਰਾ ਮਿਲਿਆ ਸੀ ਅਗਲੀ ਚੋਣ ਦੇ ਮੱਦੇਨਜ਼ਰ ਹਾਰਦਿਕ ਪਟੇਲ ਦਾ। ਪਟੇਲ ਬਰਾਦਰੀ ਦੇ ਵਿੱਚ ਹਾਰਦਿਕ ਪਟੇਲ ਦੀ ਇੱਕ ਚੰਗੀ ਪੈਠ ਸੀ, ਪਰ ਹਾਰਦਿਕ ਪਟੇਲ ਵੀ ਕਾਂਗਰਸ ਤੋਂ ਕਿਨਾਰਾ ਕਰ ਗਏ ਨੇ। ਤੇ ਇੱਧਰ ਪੰਜਾਬ ਦੇ ਵਿੱਚ ਨਵਾਂ ਸੰਕਟ ਸ਼ੁਰੂ ਹੋਇਆ। ਨਵਜੋਤ ਸਿੱਧੂ ਨੂੰ 1 ਸਾਲ ਦੀ ਜੇਲ੍ਹ ਹੋ ਗਈ ਹੈ ਤੇ ਉਸ ਜੇਲ੍ਹ ਤੋਂ ਬਾਅਦ ਵੀ ਕਾਟੋ ਕਲੇਸ ਖਤਮ ਨਹੀਂ ਹੋ ਰਿਹਾ ਤੇ ਕਾਂਗਰਸ ਦੇ ਖੁਦ ਆਗੂ ਹੀ ਕੁਝ ਅਜਿਹੇ ਤੰਜ ਕੱਸ ਰਹੇ ਨੇ ਨਵਜੋਤ ਸਿੱਧੂ ਦੀ ਜੇਲ੍ਹ ਦੇ ਉੱਪਰ ਕਿ ਕਾਂਗਰਸ ਦੇ ਅੰਦਰ ਦਾ ਸਾਰਾ ਹਾਲ ਜਿਹੜਾ ਉਹ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਸੋ ਜ਼ਾਹਿਰ ਹੈ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਹੋਰ ਨਿਕਲਦੀ ਜਾ ਰਹੀ ਹੈ। ਜਿਵੇਂ ਕਾਂਗਰਸ ਜਿਹੜਾ ਖੋਰਾ ਲੱਗ ਰਿਹਾ ਹੈ ਕਾਂਗਰਸ ਨੂੰ ਪੰਜਾਬ ਦੇ ਵਿੱਚ, ਤਿਵੇਂ ਭਾਜਪਾ ਨੂੰ ਵੱਡੇ ਆਗੂ ਜਿਹੜੇ ਨੇ ਉਹ ਮਿਲਦੇ ਜਾ ਰਹੇ ਨੇ, ਚਾਹੇ ਉਹ ਸੁਨੀਲ ਜਾਖੜ ਹੋਣ, ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਹੋਣ, ਜਾਂ ਵੱਡੇ ਆਗੂ ਕਾਂਗਰਸ ਦੇ ਜਿਹੜੇ ਨੇ ਉਹ ਭਾਜਪਾ ਵੱਲ ਲਗਾਤਾਰ ਰੁਖ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਭਵਿੱਖ ਦੇ ਵਿੱਚ ਲੱਗਦਾ ਹੈ ਕਿ ਕਾਂਗਰਸ ਜਿਹੜੀ ਆ ਉਹ ਇੱਕ ਖੇਤਰੀ ਪਾਰਟੀ ਵਾਂਗ ਜਾਂ ਛੋਟੀ ਪਾਰਟੀ ਵਾਂਗ ਭਾਈਵਾਲ ਲੱਭਦੀ ਫਿਰੇਗੀ ਅਗਲੀਆਂ ਚੋਣਾਂ ਦੇ ਵਿੱਚ। ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ। ਦੂਜੇ ਪਾਸੇ ਭਾਜਪਾ ਜਿਹੜੀ ਹੈ ਉਹ ਜਿੱਥੇ ਪਿਛਲੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਸ਼ੀਏ ਤੇ ਚਲੀ ਗਈ ਸੀ ਕਿਸਾਨ ਖੇਤੀ ਕਾਨੂੰਨਾਂ ਦੇ ਚੱਲਦਿਆਂ, ਉਹ ਹੁਣ ਆਪਣੇ ਆਪ ਨੂੰ ਆਪਣੇ ਲੀਡਰਾਂ ਦੇ ਜਿਹੜਾ ਕਹਿ ਰਹੀ ਹੈ ਲੀਡਰਸ਼ਿਪ ਦੇ ਕੇਡਰ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਚਾਹੇ ਉਹ ਫਿਰੋਜ਼ਪੁਰ ਦੇ ਵਿੱਚ ਜਾਂ ਕਹਿ ਲਈਏ ਕਿ ਪੂਰੇ ਏਰੀਏ ਦੇ ਵਿੱਚ ਸੁਨੀਲ ਜਾਖੜ ਦੇ ਜਾਣ ਦੇ ਨਾਲ ਫਰਕ ਪਵੇ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਜਿਹੜੇ ਵੱਡੇ ਆਗੂ ਨੇ ਕਾਂਗਰਸ ਦੇ ਉਹ ਸਾਰੇ ਭਾਜਪਾ ਵੱਲ ਜਾ ਰਹੇ ਨੇ। ਤਾਂ ਜ਼ਾਹਿਰ ਹੈ ਕਿਤੇ ਨਾ ਕਿਤੇ 2 ਰਾਸ਼ਟਰੀ ਪਾਰਟੀਆਂ ਦਾ ਜਿਹੜਾ ਕਹਿ ਲਈਏ ਇੱਕ ਸਥਿਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਬਦਲਦੀ ਨਜ਼ਰ ਆ ਰਹੀ ਹੈ। ਜਿੱਥੇ ਕਾਂਗਰਸ ਵਾਲੀ ਸਥਿਤੀ ਦੇ ਵਿੱਚ ਭਾਜਪਾ ਆਉਂਦੀ ਦਿਖ ਰਹੀ ਹੈ ਸਿਆਸੀ ਸੀਨ ਦੇ ਵਿੱਚ, ਉੱਥੇ ਭਾਜਪਾ ਵਾਲੀ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਪਰਤਦੀ ਦਿਖ ਰਹੀ ਹੈ। ਹਾਲਾਂਕਿ ਇਹ ਸਾਰਾ ਕੁਝ ਭਵਿੱਖ ਦੇ ਗਰਭ ਦੇ ਵਿੱਚ ਹੈ ਕਿ ਅੱਗੇ ਕੀ ਹੋਣਾ ਹੈ, ਪਰ ਸਥਿਤੀਆਂ ਜਿਹੜੀਆਂ ਨੇ ਕਾਂਗਰਸ ਦੇ ਲਈ ਬੇਹੱਦ ਜਿਹੜੀਆਂ ਉਹ ਖਸਤਾ ਹਾਲ ਹੁੰਦੀਆਂ ਜਾ ਰਹੀਆਂ ਨੇ, ਬੇਹੱਦ ਖਰਾਬ ਹੁੰਦੀਆਂ ਜਾ ਰਹੀਆਂ ਨੇ। ਜਿਹੜੀ ਕਾਂਗਰਸ ਦੀ ਅੰਦਰੂਨੀ ਫੁੱਟ ਹੈ, ਆਪਸੀ ਜਿਹੜਾ ਝਗੜਾ ਹੈ ਉਹ ਹੇਠਲੇ ਪੱਧਰ ਤੱਕ ਇਸ ਹੱਦ ਤੱਕ ਪਹੁੰਚ ਚੁੱਕਿਆ ਹੈ ਕਿ ਅਜੇ ਵੀ ਕਾਟੋ ਕਲੇਸ ਜਿਹੜਾ ਉਹ ਲਗਾਤਾਰ ਵੱਧਦਾ ਦਿਖ ਰਿਹਾ ਹੈ। ਬਠਿੰਡਾ ਦੀ ਹੀ ਗੱਲ ਕਰ ਲਈਏ, ਬਠਿੰਡਾ ਦੇ ਵਿੱਚ ਪਿਛਲੇ ਦਿਨੀ ਕਾਂਗਰਸ ਆਗੂਆਂ ਦੀ ਇੱਕ ਅਹਿਮ ਮੀਟਿੰਗ ਜਿਹੜੀ ਸੀ ਉਹ ਹੋਈ ਸੀ ਤੇ ਹੋਈ ਤਾਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸੀ, ਪਰ ਉਸ ਵੇਲੇ ਜੋ ਹੰਗਾਮਾ ਹੋਇਆ, ਜੋ ਧੱਕਾ ਮੁੱਕੀ ਆਪਸ ਦੇ ਵਿੱਚ ਹੋਈ ਦੋਨੋਂ ਧੜਿਆਂ ਦੇ ਵਿੱਚ, ਮਨਪ੍ਰੀਤ ਬਾਦਲ ਜੋ ਵਿੱਤ ਮੰਤਰੀ ਰਹੇ ਉਹਨਾਂ ਦੇ ਧੜੇ ਦੇ ਉਹਨਾਂ ਦੇ ਸਮਰਥਕ ਆਗੂਆਂ ਦੇ ਵਿੱਚ, ਤੇ ਦੂਜੇ ਪਾਸੇ ਜਿਹੜੇ ਰਾਜਾ ਵੜਿੰਗ ਦੇ ਸਮਰਥਕ ਆਗੂ ਦੱਸੇ ਜਾ ਰਹੇ ਨੇ। ਸੋ 2 ਧੜਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਆਪਸੀ ਖੁੱਲ੍ਹ ਕੇ ਤੌਮਤਬਾਜ਼ੀ ਹੋਈ, ਇੱਥੋਂ ਤੱਕ ਕਿ ਹੱਥਾਪਾਈ ਵਾਲੇ ਦ੍ਰਿਸ਼ ਸਾਨੂੰ ਵੇਖਣ ਨੂੰ ਮਿਲੇ। ਸੋ
ਇਹ ਬਿਆਨ ਕਰਦੇ ਨੇ ਸਾਰਾ ਕੁਝ ਕਿ ਕਾਂਗਰਸ ਦੇ ਵਿੱਚ ਕਿਸ ਹੱਦ ਤੱਕ ਕਾਟੋ ਕਲੇਸ਼ ਵਧਿਆ ਹੋਇਆ ਹੈ। ਤੇ ਇਹੀ ਨਹੀਂ, ਤਾਜ਼ਾ ਜੋ ਅਪਡੇਟ ਇਸ ਮਾਮਲੇ ਦੇ ਵਿੱਚ ਆਇਆ ਤਾਂ ਬਠਿੰਡਾ ਦੇ ਇੱਕ ਕਾਂਗਰਸ ਦੇ ਹੀ ਕੌਂਸਲਰ ਨੇ ਜਿਹੜਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੋਜੋ ਤੇ ਜਿਹੜਾ ਉਹ ਸਿੱਧੇ ਧਮਕੀਆਂ ਦੇਣ ਦੇ ਦੋਸ਼ ਲਗਾਏ ਨੇ। ਉਹਨਾਂ ਆਪਣੀ ਇੱਕ ਲਾਈਵ ਵੀਡੀਓ ਜਾਰੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਨੇ ਜੈਜੀਤ ਸਿੰਘ ਜੌਹਲ ਜੋ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਨੇ, ਉਹਨਾਂ ਦੇ ਉੱਪਰ ਜਿਹੜਾ ਇਲਜ਼ਾਮ ਲਗਾਏ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਜਿਹੜੇ ਇਹ ਲੋਕ ਜ਼ਿੰਮੇਵਾਰ ਹੋਣਗੇ। ਕੌਂਸਲਰ ਬਲਰਾਜ ਪੱਕਾ ਨੇ ਜੋਜੋ ਤੋਂ ਭਵਿੱਖ ਵਿੱਚ ਆਪਣੇ ਜਾਨ ਮਾਲ ਨੂੰ ਵੀ ਖਤਰਾ ਦੱਸਿਆ ਹੈ। ਉਕਤ ਕੌਂਸਲਰ ਵੱਲੋਂ ਸੋਸ਼ਲ ਮੀਡੀਆ ਤੇ ਕੀਤੇ ਗਏ ਖੁਲਾਸੇ ਦੇ ਨਾਲ ਬਠਿੰਡਾ ਸਮੇਤ ਪੰਜਾਬ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੜਕੰਪ ਵਾਲੀ ਸਥਿਤੀ ਜਿਹੜੀ ਆ ਉਹ ਪੈਦਾ ਹੋ ਗਈ ਹੈ। ਵਾਰਡ ਨੰਬਰ 16 ਦੇ ਕੌਂਸਲਰ ਨੇ ਬਲਰਾਜ ਸਿੰਘ ਪੱਕਾ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਜੈਜੀਤ ਸਿੰਘ ਜੌਹਲ ਵੱਲੋਂ WhatsApp ਗਰੁੱਪ ਦੇ ਵਿੱਚ ਧਮਕੀ ਦਿੱਤੀ ਗਈ ਹੈ। ਪੱਕਾ ਨੇ ਖਾਸਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਜੇਕਰ ਕੋਈ ਵੀ ਝੂਠੀ ਸਾਜ਼ਿਸ਼ ਰਚੀ ਜਾਂਦੀ ਹੈ ਜਾਂ ਉਸ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਸਿੱਧੇ ਤੌਰ ਤੇ ਜਿਹੜੇ ਨੇ ਉਹ ਇਹ ਲੋਕ ਜ਼ਿੰਮੇਵਾਰ ਹੋਣਗੇ। ਆਪਣੇ ਇਸ ਲਾਈਵ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਬਲਰਾਜ ਸਿੰਘ ਪੱਕਾ ਲਾਈਵ ਹੋਏ ਉਸ ਲਾਈਵ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਸ਼ਹਿਰ ਵਿੱਚ ਵਿਕਾਸ ਕੰਮ ਕਰਵਾਏ ਤੇ ਇਸ ਲਈ ਉਹਨਾਂ ਦਾ ਧੰਨਵਾਦ ਤੇ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਤੇ ਜੈਜੀਤ ਸਿੰਘ ਜੌਹਲ ਵੱਲੋਂ ਉਸੇ ਤਰ੍ਹਾਂ ਦਾ ਕੰਮ ਚਲਾਇਆ ਗਿਆ ਜਿਵੇਂ ਉਹ ਪਹਿਲਾਂ ਗਿੱਦੜਬਾਹਾ ਵਿੱਚ ਚਲਾਉਂਦੇ ਸਨ। ਇਸ ਤਰ੍ਹਾਂ ਉਹਨਾਂ ਨੇ ਕਿਹਾ। ਇੱਕ ਮੈਨੂੰ ਗਰੁੱਪ ਦੇ ਵਿੱਚ ਮੈਸੇਜ ਪਾਇਆ, ਉਹ ਮੈਸੇਜ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਧਮਕੀ ਕਹਿ ਸਕਦੇ ਹਾਂ ਕਿ ਹੁਣ ਤੂੰ ਤਿਆਰ ਹੋ ਜਾ ਜਾਂ ਇਹੋ ਜਿਹੀਆਂ ਗੱਲਾਂ ਲਿਖੀਆਂ। ਮੇਰੇ ਕੋਲ ਸਕਰੀਨਸ਼ਾਟ ਵੀ ਪਿਆ ਉਸ ਚੀਜ਼ ਦਾ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਤੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ ਜੀ, ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਕਿ ਜੋ ਮੈਨੂੰ ਕੱਲ ਲਿਖਿਆ ਗਿਆ ਉਹ ਬਹੁਤ ਮੰਦਭਾਗਾ ਹੈ। ਸਕਰੀਨਸ਼ਾਟ ਮੈਂ ਲਿਆ। ਜੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ, ਮੇਰੇ ਕਾਰੋਬਾਰ ਨੂੰ, ਜਾਂ ਮੇਰੇ ਤੇ ਕੋਈ ਇਲਜ਼ਾਮ ਲੱਗਦਾ, ਕੋਈ ਬੰਦੇ ਤੋਂ ਇਲਜ਼ਾਮ ਲਵਾਇਆ ਜਾਂਦਾ ਜਾਂ ਕਿਸੇ ਔਰਤ ਤੋਂ ਇਲਜ਼ਾਮ ਲਵਾਇਆ ਜਾਂਦਾ ਹੈ ਜਾਂ ਕਿਸੇ ਗਰੀਬ ਇਨਸਾਨ ਤੋਂ ਮੇਰੇ ਤੇ ਉਂਗਲ ਉਠਾਈ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਮੈਨੂੰ ਹਾਨੀ ਹੁੰਦੀ ਹੈ, ਉਸ ਜਾਂ ਮੇਰੇ ਖਿਲਾਫ ਕੋਈ ਵੀ ਐਕਸ਼ਨ ਹੋਣਾ, ਕਿਉਂਕਿ ਮੈਨੂੰ ਫਿਤਰਤ ਦਾ ਪਤਾ ਹੈ ਸਾਰੇ ਇਹਨਾਂ ਬੰਦਿਆਂ ਦਾ, ਮੇਰੇ ਖਿਲਾਫ ਇਹਨਾਂ ਨੇ ਕੋਈ ਨਾ ਕੋਈ ਕੁੜ ਪ੍ਰਚਾਰ ਜਾਂ ਕੋਈ ਇਲਜ਼ਾਮ ਇਹਨਾਂ ਨੇ ਲਵਾਉਣਾ ਹੀ ਲਵਾਉਣਾ ਝੂਠਾ। ਇਸ ਦੇ ਜਾਂ ਮੇਰੇ ਪਰਿਵਾਰ ਦਾ ਨੁਕਸਾਨ ਜਾਂ ਮੈਨੂੰ ਜਾਨੀ ਨੁਕਸਾਨ, ਇਹਦਾ ਜ਼ਿੰਮੇਵਾਰ ਜੈਜੀਤ ਸਿੰਘ ਜੌਹਲ ਹੀ ਹੋਣਗੇ। ਤੇ ਦੂਜੇ ਪਾਸੇ ਗੱਲ ਕਰੀਏ ਤਾਂ ਜੈਜੀਤ ਸਿੰਘ ਜੌਹਲ ਦਾ ਪ੍ਰੈਸ ਦੇ ਵਿੱਚ ਬਿਆਨ ਆਇਆ ਹੈ ਕਿ ਮੇਰਾ ਉਸ ਨਾਲ ਕੋਈ ਰੌਲਾ ਨਹੀਂ ਹੈ। ਬਲਰਾਜ ਕਾਂਗਰਸ ਭਵਨ ਦੇ ਘਟਨਾਕ੍ਰਮ ਕਰਕੇ ਭਾਵੁਕ ਜ਼ਿਆਦਾ ਹੋ ਗਿਆ ਸੀ, ਇਸ ਕਰਕੇ ਸੋਸ਼ਲ ਮੀਡੀਆ ਤੇ ਅਜਿਹਾ ਬੋਲ ਗਿਆ। ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਦਿੱਤੀ ਗਈ। ਸਾਡੀ ਉਸ ਨਾਲ ਪੁਰਾਣੀ ਰਿਸ਼ਤੇਦਾਰੀ ਹੈ ਤੇ ਅਸੀਂ ਪਹਿਲਾਂ ਵੀ ਇਕੱਠੇ ਸੀ ਤੇ ਅੱਗੇ ਵੀ ਇਕੱਠੇ ਰਹਾਂਗੇ। ਤੇ ਬਾਅਦ ਦੇ ਵਿੱਚ ਇਹ ਬਿਆਨ ਆਇਆ ਪ੍ਰੈਸ ਦੇ ਵਿੱਚ ਜੈਜੀਤ ਸਿੰਘ ਜੌਹਲ ਦਾ। ਸੋ ਜ਼ਾਹਿਰ ਹੈ ਪੰਜਾਬ ਕਾਂਗਰਸ ਦੇ ਵਿੱਚ ਹੀ ਨਹੀਂ, ਹੇਠਲੇ ਪੱਧਰ ਤੇ ਕਾਂਗਰਸ ਦੇ ਵਿੱਚ ਬੁਰੀ ਤਰ੍ਹਾਂ ਕਾਟੋ ਕਲੇਸ਼ ਜਿਹੜਾ ਉਹ ਪਖਿਆ ਹੋਇਆ ਹੈ। ਤੇ ਹੁਣ ਅਗਲੀ ਖਬਰ ਦੀ ਗੱਲ ਕਰ ਰਹੇ ਹਾਂ। ਖਬਰ PRTC ਨਾਲ ਜੁੜੀ ਹੋਈ ਹੈ। ਬਠਿੰਡਾ PRTC ਦੇ ਵਿੱਚ 20 ਕਰੋੜ ਰੁਪਏ ਦਾ ਵੱਡਾ ਘੁਟਾਲਾ ਹੋਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇ ਇਸ ਘੁਟਾਲੇ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ। ਅੱਜ ਬਾਕਾਇਦਾ ਇੱਕ ਟੀਮ ਜਿਹੜੀ ਹੈ PRTC ਹੈੱਡਕੁਆਟਰ ਤੋਂ ਬਠਿੰਡਾ ਡਿਪੂ ਪਹੁੰਚੀ। 3 ਮੈਂਬਰੀ ਇਸ ਟੀਮ ਨੇ ਜਿਹੜਾ ਉਹ ਰਿਕਾਰਡ ਨੂੰ ਖੰਗਾਲਿਆ ਤੇ ਕਾਫੀ ਸਾਰਾ ਰਿਕਾਰਡ ਜਿਹੜਾ ਹੈ ਉਹ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਬਠਿੰਡਾ PRTC ਡਿਪੂ ਦਾ। ਤੇ ਦੱਸ ਦਈਏ ਕਿ ਅਜੇ ਪਿਛਲੇ ਹੀ ਦਿਨ 3 ਟਿਕਟ ਮਸ਼ੀਨਾਂ ਪਹਿਲਾਂ ਚੋਰੀ ਹੋਈਆਂ ਦੱਸ ਕੇ ਸਾਫਟਵੇਅਰ ਹੈਕ ਕੀਤਾ ਗਿਆ ਤੇ ਰੀਇੰਸਟਾਲ ਕਰਕੇ 20 ਕਰੋੜ ਰੁਪਏ ਦਾ ਇੱਕ ਵੱਡਾ ਫਰਾਡ ਜਿਹੜਾ ਉਹ ਕੀਤਾ ਗਿਆ PRTC ਦੇ ਨਾਲ। ਬਠਿੰਡਾ ਡਿਪੂ 'ਚ 2018 ਤੋਂ ਇਹ ਜਿਹੜਾ ਨੈਕਸਸ ਜਿਹੜਾ ਉਹ ਚੱਲ ਰਿਹਾ ਸੀ, ਜਿਹੜਾ ਹੁਣ ਸਾਹਮਣੇ ਆਇਆ PRTC ਦੇ ਵਿੱਚ 20 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ। ਹਾਲਾਂਕਿ ਜਿਹੜੀਆਂ 3 ਮਸ਼ੀਨਾਂ ਚੋਰੀ ਦਿਖਾਈਆਂ ਗਈਆਂ, ਟਿਕਟ ਮਸ਼ੀਨਾਂ ਦੀ ਗੱਲ ਕਰ ਰਹੇ ਹਾਂ ਅਸੀਂ, ਜੋ ਕੰਡਕਟਰਾਂ ਦੇ ਹੱਥਾਂ ਦੇ ਵਿੱਚ ਤੁਸੀਂ ਅਕਸਰ ਵੇਖਦੇ ਹੋ PRTC ਦੇ ਕੰਡਕਟਰਾਂ ਨੂੰ ਬਾਕਾਇਦਾ ਟਿਕਟ ਮਸ਼ੀਨਾਂ ਜਿਹੜੀਆਂ PRTC ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤੇ
ਟਿਕਟਾਂ ਇਸ ਦੇ ਰਾਹੀਂ ਕੱਟ ਕੇ ਦਿੱਤੀਆਂ ਜਾਂਦੀਆਂ ਨੇ। ਇਹਨਾਂ ਦਾ ਹਾਲਾਂਕਿ ਸਿੱਧਾ ਕਨੈਕਸ਼ਨ ਹੈੱਡਕੁਆਟਰ ਤੱਕ ਹੁੰਦਾ ਹੈ, ਹਰ ਚੀਜ਼ ਇਸ ਦੇ ਵਿੱਚ ਦਰਜ ਹੁੰਦੀ ਹੈ, ਪਰ 3 ਟਿਕਟ ਮਸ਼ੀਨਾਂ ਪਹਿਲਾਂ ਗਾਇਬ ਦਿਖਾਈਆਂ ਗਈਆਂ ਘਪਲਾ ਕਰਨ ਦੇ ਲਈ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰੀਇੰਸਟਾਲ ਕੀਤਾ ਗਿਆ। ਗਾਇਬ ਦਿਖਾਈਆਂ ਗਈਆਂ ਕਿ 3 ਟਿਕਟ ਮਸ਼ੀਨਾਂ ਚੋਰੀ ਹੋ ਗਈਆਂ ਨੇ। ਇਹ ਕੋਈ 2018 ਦੀ ਗੱਲ ਹੈ ਜਦੋਂ ਤੋਂ ਇਹ ਸਾਰਾ ਸਕੈਂਡਲ ਸ਼ੁਰੂ ਹੋਇਆ। ਇਹ ਟਿਕਟ ਮਸ਼ੀਨਾਂ ਬਾਅਦ ਦੇ ਵਿੱਚ ਕਾਗਜ਼ਾਂ ਦੇ ਵਿੱਚ ਇੱਕ ਵਾਰ ਚੋਰੀ ਦਿਖਾ ਕੇ ਫਿਰ ਇਹਨਾਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ, ਤੇ ਇਹਨਾਂ ਦੀ ਜੋ ਵੀ ਕਲੈਕਸ਼ਨ ਹੁੰਦੀ ਸੀ ਉਹ ਜਿਹੜੀ ਗੋਲਮਾਲ ਕਰ ਲਈ ਜਾਂਦੀ ਸੀ। ਦੱਸਿਆ ਇਹ ਗਿਆ ਹੈ ਕਿ ਇਹ ਜਿਹੜੀਆਂ 3 ਟਿਕਟ ਮਸ਼ੀਨਾਂ ਚੋਰੀ ਦਿਖਾਈਆਂ ਗਈਆਂ, ਇਹਨਾਂ ਨੂੰ ਲਗਾਤਾਰ 2018 ਤੋਂ 3 ਥਾਵਾਂ ਤੇ ਵਰਤਿਆ ਗਿਆ। ਬਠਿੰਡਾ ਦੇ ਵਿੱਚ ਵਰਤਿਆ ਗਿਆ, ਮਲੋਟ ਦੇ ਵਿੱਚ ਵਰਤਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਵਰਤਿਆ ਗਿਆ। ਜ਼ਾਹਿਰ ਹੈ ਇਹਨਾਂ ਨੂੰ ਵਰਤਣ ਦਾ ਤਰੀਕਾ ਜਿਹੜਾ ਉਹ ਇਸ ਤਰ੍ਹਾਂ ਦਾ ਅਪਣਾਇਆ ਗਿਆ ਕਿ ਹਰ 3 ਦਿਨ ਬਾਅਦ ਇਹ ਜੋ ਅਪਡੇਟ ਕਰਵਾਉਣੀ ਹੁੰਦੀ ਸੀ ਮਸ਼ੀਨ, ਉਸ ਨੂੰ ਵੀ ਖਤਮ ਕਰ ਦਿੱਤਾ ਗਿਆ ਉਹ ਸਿਸਟਮ ਇਹਨਾਂ ਮਸ਼ੀਨਾਂ ਦੇ ਵਿੱਚੋਂ, ਕਿ ਇਸ ਨੂੰ ਅਪਡੇਟ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ, ਤੇ ਬਾਹਰ ਦੀ ਬਾਹਰ ਇਹਨਾਂ ਮਸ਼ੀਨਾਂ ਦਾ ਸਾਰਾ ਪੈਸਾ ਹੜੱਪਿਆ ਜਾ ਰਿਹਾ ਸੀ। ਟਿਕਟ ਅਸਲੀ ਕੱਢੇ ਜਾ ਰਹੇ ਸੀ ਤੇ ਪੈਸਾ ਜੇਬਾਂ ਦੇ ਵਿੱਚ ਜਾ ਰਿਹਾ ਸੀ PRTC ਨੂੰ ਜਾਣ ਦੀ ਥਾਂ। ਯਾਨੀ 20 ਕਰੋੜ ਰੁਪਏ ਦਾ ਇੱਕ ਵੱਡਾ ਘੁਟਾਲਾ 2018 ਤੋਂ ਲਗਾਤਾਰ ਚੱਲ ਰਿਹਾ ਸੀ, ਜੋ ਜਾਂਚ ਦੇ ਵਿੱਚ ਸਾਹਮਣੇ ਆਇਆ, ਤੇ ਇਸ ਜਾਂਚ ਦੇ ਪ੍ਰਤੀ PRTC ਹੁਣ ਗੰਭੀਰ ਹੈ। PRTC ਦੀ ਬਾਕਾਇਦਾ ਇੱਕ ਟੀਮ ਜਿਹੜੀ ਹੈ ਉਹ ਸ਼ੁੱਕਰਵਾਰ ਨੂੰ ਫਿਰ ਬਠਿੰਡਾ ਡਿਪੂ ਪਹੁੰਚੀ। PRTC ਦੇ ਡਿਪੂ ਦੇ ਵਿੱਚ ਰਿਕਾਰਡ ਨੂੰ ਖੰਗਾਲਿਆ ਤੇ ਇੱਥੇ ਪੁੱਛਗਿੱਛ ਕੀਤੀ, ਤੇ ਇਸ ਤੋਂ ਬਾਅਦ ਕਾਫੀ ਜਿਹੜਾ ਰਿਕਾਰਡ ਵਗੈਰਾ ਉਹ ਹੈੱਡਕੁਆਟਰ ਲਿਜਾਇਆ ਗਿਆ, ਤੇ ਇਸ ਦੀ ਪੜਤਾਲ ਇਸ ਪੂਰੇ ਮਾਮਲੇ ਦੀ ਜਾਰੀ ਹੈ। 3 ਮਸ਼ੀਨਾਂ ਜਿਹੜੀਆਂ ਨੇ ਉਹ ਜ਼ਬਤ ਕਰ ਲਈਆਂ ਗਈਆਂ ਨੇ ਜੋ ਇਸ ਸਕੈਂਡਲ ਦੇ ਵਿੱਚ ਵਰਤੀਆਂ ਗਈਆਂ ਨੇ, ਤੇ ਇਹਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪੂਰੀ ਬਰੀਕੀ ਨਾਲ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹ ਘੁਟਾਲਾ ਹੋਰ ਕਿੰਨੇ ਕਰੋੜ ਦਾ ਨਿਕਲ ਸਕਦਾ ਹੈ। 4 ਸਾਲ ਦੇ ਕਰੀਬ ਇਹ ਸਾਰਾ ਸਿਸਟਮ ਚੱਲਿਆ ਤੇ ਇਹ ਗੋਲਮਾਲ ਚੱਲਦਾ ਰਿਹਾ, ਤੇ 20 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਚੂਨਾ ਉਹ PRTC ਨੂੰ ਲਗਾਇਆ ਜਾ ਚੁੱਕਿਆ ਹੈ। ਹੁਣ ਕਿਹੜੇ-ਕਿਹੜੇ ਅਫਸਰ, ਕਿਹੜੇ-ਕਿਹੜੇ ਕਰਮਚਾਰੀ ਇਸ ਦੇ ਵਿੱਚ ਸ਼ਾਮਲ ਸੀਗੇ, ਉਹ ਸਾਰਿਆਂ ਦੀ ਹੁਣ ਪੜਤਾਲ ਹੋਏਗੀ। ਯਾਨੀ PRTC ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧੇਗੀ ਤਾਂ ਸਕੰਜਾ ਉਹਨਾਂ ਕਰਮਚਾਰੀਆਂ, ਉਹਨਾਂ ਅਧਿਕਾਰੀਆਂ ਦੇ ਉੱਤੇ ਕੱਸਿਆ ਜਾਂਦਾ ਰਹੇਗਾ। ਸਾਰਾ ਨੈਕਸਸ ਜਿਹੜਾ ਉਹ ਖੁੱਲ੍ਹ ਕੇ ਸਾਹਮਣੇ ਆਏਗਾ ਕਿ ਆਖਿਰ ਕਿਸ ਤਰ੍ਹਾਂ ਇਹਨਾਂ 3 ਮਸ਼ੀਨਾਂ ਨੂੰ ਲਗਾਤਾਰ ਵਰਤਿਆ ਗਿਆ ਤੇ ਇਹਨਾਂ ਦੀ ਕਮਾਈ ਆਪਣੇ ਜੇਬਾਂ ਦੇ ਵਿੱਚ ਪਾਈ ਗਈ। ਇੱਕ ਪਾਸੇ ਜਦੋਂ PRTC ਦੇ ਨਿਗਾਰ ਵੱਲ ਜਾਣ ਦੀਆਂ ਗੱਲਾਂ ਜਿਹੜੀਆਂ ਸੀ ਉਹ ਅਧਿਕਾਰੀ ਤੇ ਕਰਮਚਾਰੀ ਧਰਨਿਆਂ ਦੇ ਵਿੱਚ, ਪ੍ਰਦਰਸ਼ਨਾਂ ਦੇ ਵਿੱਚ ਕਰਦੇ ਸੀ, ਤਾਂ ਉਹ ਇਹ ਕਹਿ ਕੇ ਕਰਦੇ ਸੀ ਕਿ ਪਤਾ ਨਹੀਂ ਨਿੱਜੀ ਬੱਸਾਂ ਕਰਕੇ PRTC ਜਿਹੜੀ ਹੈ ਉਹ ਘਾਟੇ ਜਾ ਰਹੀ ਹੈ ਜਾਂ ਹੋਰਨਾਂ ਕਾਰਨਾਂ ਕਰਕੇ ਜਾ ਰਹੀ ਹੈ, ਪਰ ਇਸ ਨੂੰ ਖਾਣ ਵਾਲੇ ਇਸ ਦੇ ਅੰਦਰ ਵੀ ਬੈਠੇ ਨੇ। ਇਹ ਚੀਜ਼ ਇਸ ਸਕੈਂਡਲ ਨੇ ਸਾਹਮਣੇ ਲਿਆਂਦੀ ਹੈ। 20 ਕਰੋੜ ਰੁਪਏ ਦਾ ਇੱਕ ਵੱਡਾ ਫਰਾਡ ਸਾਹਮਣੇ ਆਇਆ। 2018 ਤੋਂ ਲਗਾਤਾਰ ਇਹ ਫਰਾਡ ਚੱਲ ਰਿਹਾ ਸੀ, ਤਾਂ ਕਿਸ ਦੀ ਸ਼ਹਿ ਨਾਲ ਚੱਲ ਰਿਹਾ ਸੀ ਕਿ ਜਿਹੜੀਆਂ ਵਿਜੀਲੈਂਸ ਟੀਮਾਂ ਨੇ ਉਹਨਾਂ ਨੇ ਕਦੀ ਜਾਂਚ ਨਹੀਂ ਕੀਤਾ ਕਿ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਕਿੱਥੋਂ ਕਿਸ ਤਰ੍ਹਾਂ ਕੰਮ ਕਰ ਰਹੀਆਂ ਨੇ ਤੇ ਇਹ ਪੈਸਾ ਕਿੱਥੇ ਜਾ ਰਿਹਾ ਹੈ। ਤੇ ਇਹ ਸਾਰੀਆਂ ਚੀਜ਼ਾਂ ਤੇ ਸਵਾਲ ਖੜੇ ਹੁੰਦੇ ਨੇ। ਚੈਕਿੰਗ ਟੀਮਾਂ ਕੀ ਕਰਦੀਆਂ ਰਹੀਆਂ 4 ਸਾਲ, ਜਦੋਂ ਇਹ ਸਾਰਾ ਪੈਸਾ ਇਹਨਾਂ ਲੋਕਾਂ ਦੁਆਰਾ ਡਕਾਰਿਆ ਜਾਂਦਾ ਰਿਹਾ ਸੀ, PRTC ਨੂੰ ਚੂਨਾ ਲਗਾਇਆ ਜਾਂਦਾ ਰਿਹਾ ਸੀ। ਸੋ PRTC ਨਾਲ ਜੁੜੀ ਖਬਰ ਤੋਂ ਬਾਅਦ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਬਿਜਲੀ ਸੰਕਟ ਦੀ। ਬਿਜਲੀ ਸੰਕਟ ਭਾਵੇਂ ਹੱਲ ਹੁੰਦਾ ਦਿਖ ਰਿਹਾ ਹੈ। ਪੰਜਾਬ ਸਰਕਾਰ ਨੇ, ਪਾਵਰਕਾਮ ਨੇ ਫੈਸਲਾ ਕੀਤਾ ਹੈ ਕਿ ਵਿਦੇਸ਼ੀ ਕੋਲੇ ਦੇ ਨਾਲ ਜਿਹੜੇ ਨੇ ਉਹ 4 ਥਰਮਲ ਚਲਾਏ ਜਾਣਗੇ। ਸੋ ਵਿਦੇਸ਼ੀ ਕੋਲਾ ਖਰੀਦਣ ਦਾ ਮਤਲਬ 1500 ਕਰੋੜ ਰੁਪਏ ਦਾ ਖਜ਼ਾਨੇ ਤੇ ਵਾਧੂ ਬੋਝ ਪਏਗਾ, ਤੇ ਇਸ ਦਾ ਸਿੱਧਾ ਇੱਕ ਜਿਹੜਾ ਅਸਰ ਪੈਂਦਾ ਦਿਖ ਰਿਹਾ ਹੈ ਉਹ ਮੁਫਤ ਬਿਜਲੀ ਯੋਜਨਾ ਤੇ ਪੈਂਦਾ ਵੀ ਦਿਖ ਰਿਹਾ ਹੈ, ਜੋ 1 ਜੁਲਾਈ ਤੋਂ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ ਜਾਣੀ ਹੈ ਸਰਕਾਰ ਵੱਲੋਂ, ਤੇ 1500 ਕਰੋੜ ਰੁਪਏ ਦਾ ਵਾਧੂ ਬੋਝ ਜਿਹੜਾ ਉਹ ਵਿਦੇਸ਼ੀ ਕੋਲਾ ਖਰੀਦਣ ਨਾਲ ਪਏਗਾ। ਤਾਂ ਇਸ ਦਾ ਅਸਰ ਸਿੱਧਾ ਮੁਫਤ ਬਿਜਲੀ ਯੋਜਨਾ ਤੇ ਪੈ ਸਕਦਾ ਹੈ, ਕਿਉਂਕਿ ਸਰਕਾਰ ਦੀ ਇਹ ਮਜਬੂਰੀ ਬਣ ਗਈ ਸੀ। ਲਗਾਤਾਰ ਜਿਹੜਾ ਉਹ ਉਤਪਾਦਨ ਤੇ ਬਿਜਲੀ ਦੀ ਮੰਗ ਜਿਹੜੀ ਆ ਉਹਦੇ ਵਿੱਚ ਪਾੜਾ ਵੱਧਦਾ ਜਾ ਰਿਹਾ ਸੀ, ਤੇ ਅਗਲੇ ਸਮੇਂ ਦੇ ਵਿੱਚ ਇਹ ਪਾੜਾ ਹੋਰ ਵਧੇਗਾ। ਜ਼ਾਹਿਰ ਹੈ ਕਿਉਂਕਿ ਝੋਨੇ ਦੇ ਮੱਦੇਨਜ਼ਰ ਬਿਜਲੀ ਦੀ ਜ਼ਿਆਦਾ ਜ਼ਰੂਰਤ ਪਏਗੀ, ਤਾਂ ਸਰਕਾਰ ਦੀ ਮਜਬੂਰੀ ਸੀ ਕਿ ਵਿਦੇਸ਼ੀ ਕੋਲਾ ਜਿਹੜਾ ਉਹ ਖਰੀਦਣ ਵਾਸਤੇ ਹਾਂ ਕੀਤੀ ਜਾਵੇ। ਕੇਂਦਰ ਸਰਕਾਰ ਨੇ ਪਹਿਲਾਂ ਹੀ ਇਹ ਚੀਜ਼ ਜਿਹੜੀ ਹੈ ਉਹ ਸੂਬਿਆਂ ਨੂੰ ਕਹਿ ਦਿੱਤੀ ਹੈ ਕਿ ਵਿਦੇਸ਼ੀ ਕੋਲਾ ਖਰੀਦ ਕੇ ਥਰਮਲ ਚਲਾਏ ਜਾਣ। ਸੋ ਪਾਵਰਕਾਮ ਨੇ ਵਿਦੇਸ਼ੀ ਕੋਲੇ ਦੀ ਖਰੀਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਪਾਵਰਕਾਮ ਨੂੰ ਲਗਾਏ ਜਾਣ ਵਾਲੇ ਜੁਰਮਾਨੇ ਤੋਂ ਜਿਹੜਾ ਉਹ ਬਚਾ ਲਿਆ ਗਿਆ ਹੈ,
क्योंकि केंद्र ਦੇ ਬਿਜਲੀ ਮੰਤਰਾਲੇ ਦੀ ਤਾਜ਼ਾ ਹਦਾਇਤ ਮੁਤਾਬਕ ਜਿਨ੍ਹਾਂ ਰਾਜਾਂ ਨੇ 10% ਵਿਦੇਸ਼ੀ ਕੋਲੇ ਨੂੰ ਥਰਮਲ ਪਲਾਂਟ 'ਚ ਨਾ ਵਰਤਿਆ ਤਾਂ ਉਸ ਨੂੰ 15% ਵਿਦੇਸ਼ੀ ਕੋਲੇ ਦੀ ਖਰੀਦ ਕਰਨੀ ਪਏਗੀ। ਇੱਥੇ ਦੱਸਣਾ ਵਾਜਬ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਥਰਮਲ ਪਲਾਂਟਾਂ ਦੇ ਕੋਲ ਆਪਣੀ ਸਮਰੱਥਾ ਮੁਤਾਬਕ ਵਿਦੇਸ਼ੀ ਕੋਲੇ ਦਾ ਭੰਡਾਰ ਹੋਣਾ ਚਾਹੀਦਾ ਹੈ। ਸੋ ਇੱਕ ਤਾਂ ਪਾਵਰਕਾਮ ਤੇ ਵਿਦੇਸ਼ੀ ਕੋਲੇ ਦੀ ਖਰੀਦ ਦਾ ਵਾਧੂ ਭਾਰ ਪੈਣ ਵਾਲਾ ਹੈ ਤੇ ਦੂਜਾ 1 ਜੁਲਾਈ ਨੂੰ ਸਾਰਿਆਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਦੇ ਮਾਮਲੇ ਤੇ ਵੀ ਕਈ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਖੜੇ ਹੋ ਗਏ ਨੇ। ਜੁਲਾਈ ਮਹੀਨੇ 'ਚ ਜਦੋਂ ਲੋਕਾਂ ਨੂੰ ਮੁਫਤ ਬਿਜਲੀ ਦੇਣੀ ਹੈ ਤਾਂ ਉਸ ਵੇਲੇ ਝੋਨੇ ਦੀ ਲਵਾਈ ਲਈ ਬਿਜਲੀ ਦੀ ਮੰਗ ਵੀ ਸਿਖਰਾਂ ਤੇ ਹੋਏਗੀ। ਤਾਜ਼ਾ ਹਾਲਾਤਾਂ ਦੀ ਵੀ ਗੱਲ ਕਰੀਏ ਤਾਂ ਇਸ ਵੇਲੇ ਉਤਪਾਦਨ ਜਿਹੜਾ ਹੈ ਉਹ ਮਹਿਜ 4500 ਮੈਗਾਵਾਟ ਦੇ ਆਸ-ਪਾਸ ਹੈ ਚਾਰੋਂ ਥਰਮਲ ਪਲਾਂਟਾਂ ਦਾ, ਚਾਹੇ ਉਹ ਥਰਮਲ ਪਲਾਂਟ ਤਲਵੰਡੀ ਸਾਬੋ ਹੋਵੇ, ਰਾਜਪੁਰਾ, ਰੋਪੜ ਜਾਂ ਲਹਿਰਾ ਮੁਹੱਬਤ ਹੋਵੇ, ਇਹਨਾਂ ਦਾ ਮਿਲਾ ਕੇ ਜਿਹੜਾ ਉਤਪਾਦਨ ਹੈ ਉਹ ਡੇਲੀ ਦਾ ਮਹਿਜ 4500 ਮੈਗਾਵਾਟ ਤੱਕ ਹੀ ਹੈ। ਜਦੋਂ ਕਿ ਬਿਜਲੀ ਦੀ ਮੰਗ ਦੀ ਗੱਲ ਕਰੀਏ ਤਾਂ ਇਸ ਵੇਲੇ ਵੀ 10000 ਮੈਗਾਵਾਟ ਤੋਂ ਜ਼ਿਆਦਾ ਹੈ। ਸੋ ਜ਼ਾਹਿਰ ਹੈ ਉਸ ਵੇਲੇ ਤਾਂ ਬਿਜਲੀ ਦੀ ਮੰਗ ਜਿਹੜੀ ਹੈ ਉਹ 1600 ਮੈਗਾਵਾਟ ਤੋਂ ਵੀ ਜ਼ਿਆਦਾ ਹੋਣੀ ਹੈ। ਤਾਂ ਬਿਜਲੀ ਸੰਕਟ ਜਿਹੜਾ ਉਸ ਨੂੰ ਹੱਲ ਕਰ ਲਿਆ ਗਿਆ ਇਸ ਦੇ ਬਾਵਜੂਦ, ਕਿਉਂਕਿ ਵਿਦੇਸ਼ੀ ਕੋਲਾ ਆਏਗਾ ਤਾਂ ਇਹ ਸੰਕਟ ਹੱਲ ਹੋ ਜਾਏਗਾ। ਚਾरों ਥਰਮਲ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜੋ ਕੋਲੇ ਦੀ ਘਾਟ ਕਾਰਨ ਸਮੱਸਿਆ ਹੈ ਉਹ ਹੱਲ ਹੋ ਜਾਏਗੀ। ਪਰ ਇਸ ਦੇ ਨਾਲ ਹੀ ਜਿਹੜਾ ਆਰਥਿਕ ਬੋਝ ਪਾਵਰਕਾਮ ਤੇ ਬਹੁਤ ਵਧੇਗਾ, ਜਿਸ ਦਾ ਅਸਰ ਜਿਹੜਾ ਉਹ ਮੁਫਤ ਬਿਜਲੀ ਯੋਜਨਾ ਤੇ ਵੀ ਪੈ ਸਕਦਾ ਹੈ। ਅੱਗੇ ਵਧਦੇ ਹਾਂ। ਸਰਕਾਰ ਨੇ ਕਈ ਅਜਿਹੀਆਂ ਯੋਜਨਾਵਾਂ ਚਲਾਈਆਂ ਨੇ, ਚਾਹੇ ਉਹ ਕੁੰਡੀ ਨੂੰ ਫੜਨ ਦੀਆਂ ਯੋਜਨਾਵਾਂ ਹੋਣ ਕਿ ਜਿੱਥੇ ਵੀ ਚੋਰੀ ਹੋ ਰਹੀ ਹੈ ਬਿਜਲੀ ਦੀ ਉਸ ਨੂੰ ਰੋਕਿਆ ਜਾਵੇ। ਉਸ ਦੇ ਲਈ ਬਾਕਾਇਦਾ WhatsApp ਨੰਬਰ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਸਾਨੂੰ ਵੀਡੀਓ ਬਣਾ ਕੇ ਭੇਜੋ ਜਾਂ ਸਾਨੂੰ ਦੱਸੋ ਤੇ ਸਾਡੀਆਂ ਟੀਮਾਂ ਉੱਥੇ ਰੇਡ ਕਰਨਗੀਆਂ। ਇਸ ਤਰ੍ਹਾਂ ਹੋਣਾ ਵੀ ਸ਼ੁਰੂ ਹੋ ਗਿਆ ਹੈ। ਪਰ ਨਾਲ ਹੀ ਜਿਹੜੇ ਚਿੱਪ ਵਾਲੇ ਮੀਟਰ ਵੀ ਲਗਾਏ ਜਾਣੇ ਨੇ ਉਹਨਾਂ ਦਾ ਵਿਰੋਧ ਜਿਹੜਾ ਉਹ ਲੋਕਾਂ ਵੱਲੋਂ ਸ਼ੁਰੂ ਹੋ ਗਿਆ। ਪੁੱਚੋ ਖੁਰਦ ਦੀ ਘਟਨਾ ਹੈ ਬਠਿੰਡਾ ਜ਼ਿਲ੍ਹੇ ਦੇ, ਤੇ ਇੱਥੇ ਅੱਜ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਲੋਕਾਂ ਨੇ ਜਿਹੜਾ ਉਹ ਪਾਵਰਕਾਮ ਦੇ ਕਰਮਚਾਰੀਆਂ ਦਾ ਘਿਰਾਓ ਕਰ ਦਿੱਤਾ ਤੇ ਉਹਨਾਂ ਨੂੰ ਘੇਰ ਲਿਆ। ਅੱਜ ਅਸੀਂ ਇੱਥੇ ਧਰਨਾ ਲਾਇਆ ਸੀਗਾ ਚਿੱਪ ਵਾਲੇ ਮੀਟਰਾਂ ਵਾਸਤੇ। ਉਹ ਪਿੰਡ ਦੇ ਵਿੱਚ ਚਿੱਪ ਵਾਲੇ ਮੀਟਰ ਲਾ ਰਹੇ ਆ ਜਿਹੜੇ ਕਿ ਸਾਡੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਨਾ ਅਸੀਂ ਇੰਨੀ ਬਿਜਲੀ ਖਰਚ ਸਕਦੇ ਹਾਂ ਨਾ ਖਰੀਦ ਸਕਦੇ ਹਾਂ। ਉਹਦੇ ਵਿਰੋਧ ਵਿੱਚ ਅਸੀਂ ਧਰਨਾ ਲਾਇਆ ਸੀ। ਉਹਦੇ ਵਿੱਚ ਆ ਕੇ ਹੁਣ ਸਰਕਾਰੀ ਅਧਿਕਾਰੀਆਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਚਿੱਪ ਵਾਲੇ ਮੀਟਰ ਤੁਹਾਡੇ ਨਹੀਂ ਲਾਏ ਜਾਣਗੇ। ਅੱਜ ਭੁੱਚੋ ਖੁਰਦ ਦੇ ਵਿੱਚ ਜੋ ਚਿੱਪ ਵਾਲੇ ਮੀਟਰ ਲੱਗ ਰਹੇ ਆ, ਸਾਡੇ ਪਿੰਡ ਦੇ ਬਾਰਡਰ ਵਾਸਤੇ ਲੱਗਣਾ ਸੀ। ਕਿਰਤੀ ਕਿਸਾਨ ਦੀ ਔਰਤ ਪਿੰਗੜੇ ਬਿਜਲੀ ਬੋਰਡ ਦਾ ਜੋ ਦਫ਼ਤਰ ਆ ਭੁੱਚੋ ਖੁਰਦ ਜਿੱਥੇ ਕੰਪਲੈਕਸ ਸੈਂਟਰ ਉੱਥੇ ਧਰਨਾ ਲਾਇਆ ਸੀਗਾ ਤੇ ਅਧਿਕਾਰੀਆਂ ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਭੁੱਚੋ ਖੁਰਦ ਦੇ ਵਿੱਚ ਚਿੱਪ ਵਾਲੇ ਮੀਟਰ ਨਹੀਂ ਲਾਏ ਜਾਣਗੇ ਤੇ ਜੇ ਆਉਣ ਵਾਲੇ ਦਿਨਾਂ 'ਚ ਲਾਏ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਅੱਗੇ ਵਧਦੇ ਹਾਂ। ਇੱਕ ਸਮਾਜ ਨਾਲ ਜੁੜੀ ਗੰਭੀਰ ਖਬਰ ਦਸਤਕ ਦੇ ਰਹੀ ਹੈ। ਖਬਰ ਡੇਰਾ ਸਿਰਸਾ ਦੇ ਨਾਲ ਜੁੜੀ ਹੋਈ ਹੈ। ਡੇਰਾ ਸਿਰਸਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਡੇਰਾ ਪ੍ਰੇਮੀਆਂ ਦੇ ਵਿਆਹ ਜਿਹੜੇ ਨੇ ਉਹ ਡੇਰੇ ਵੱਲੋਂ ਕਰਵਾਏ ਜਾਂਦੇ ਰਹੇ ਨੇ ਤੇ ਆਪਣੀ ਪਰੰਪਰਾ ਦੇ ਅਨੁਸਾਰ ਉਹਨਾਂ ਨੇ ਇਹ ਵਿਆਹ ਪਰੰਪਰਾ ਸ਼ੁਰੂ ਕੀਤੀ। ਪਰ ਹੁਣ ਇਸ ਵਿਆਹ ਪਰੰਪਰਾ ਤੇ ਕਾਨੂੰਨੀ ਪਹਿਲੂ ਤੋਂ ਕਈ ਸਵਾਲ ਖੜੇ ਹੋ ਗਏ ਨੇ। ਬਠਿੰਡਾ ਅਦਾਲਤ ਵੱਲੋਂ ਡੇਰਾ ਸਿਰਸਾ ਵਿਖੇ ਦਿਲ ਜੋੜ ਮਾਲਾ ਪਾ ਕੇ ਹੁੰਦੇ ਵਿਆਹਾਂ ਦੇ ਮਾਮਲੇ ਵਿੱਚ ਡੇਰਾ ਪ੍ਰਬੰਧਕਾਂ ਨੂੰ ਸੰਮਨ ਜਾਰੀ ਕੀਤੇ ਗਏ ਨੇ। ਇਹੀ ਨਹੀਂ, ਅਦਾਲਤ ਨੇ ਇਸ ਸੰਬੰਧੀ ਮੈਰਿਜ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਤੇ ਦੂਜੇ ਵਿਆਹ ਦੀ ਸ਼ਿਕਾਇਤ ਕਰਨ ਵਾਲੀ ਇੱਕ ਔਰਤ ਨੂੰ ਵੀ ਨੋਟਿਸ ਕੱਢਿਆ ਅਤੇ ਉਹਨਾਂ ਨੂੰ 2 ਅਗਸਤ 2022 ਤੱਕ ਜਵਾਬ ਦੇਣ ਲਈ ਕਿਹਾ। ਇਸ ਸੰਬੰਧੀ ਸਬੰਧਤ ਵਕੀਲ ਨੇ ਦੱਸਿਆ ਕਿ ਲੜਕੀ ਵੱਲੋਂ ਉਹਨਾਂ ਦੇ ਕਲਾਇੰਟ ਨੌਜਵਾਨ, ਜਿਸ ਨੂੰ ਲੜਕੀ ਆਪਣਾ ਪਤੀ ਦੱਸਦੀ ਹੈ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾਇਆ। ਇਸ ਦੇ ਨਾਲ ਹੀ ਲੜਕੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦਾ ਵਿਆਹ ਦਿਲ ਜੋੜ ਮਾਲਾ ਰਾਹੀਂ ਡੇਰੇ ਦੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਲੜਕੀ ਦੇ ਦੋਸ਼ਾਂ ਮਗਰੋਂ ਨੌਜਵਾਨ ਵੱਲੋਂ ਡੇਰਾ ਸਿਰਸਾ ਵਿੱਚ ਦਿਲ ਜੋੜ ਮਾਲਾ ਦੇ ਰਾਹੀਂ ਹੁੰਦੇ ਵਿਆਹਾਂ ਦੀ ਹਿੰਦੂ ਮੈਰਿਜ ਐਕਟ ਅਧੀਨ ਮਾਨਤਾ ਨੂੰ ਲੈ ਕੇ ਬਠਿੰਡਾ ਸਿਵਲ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ। ਲੜਕੀ ਦੇ ਦੋਸ਼ਾਂ ਮਗਰੋਂ ਨੌਜਵਾਨ ਵੱਲੋਂ ਡੇਰਾ ਸਿਰਸਾ ਵਿੱਚ ਦਿਲ ਜੋੜ ਮਾਲਾ ਦੇ ਰਾਹੀਂ ਹੁੰਦੇ ਵਿਆਹਾਂ ਦੀ ਹਿੰਦੂ ਮੈਰਿਜ ਐਕਟ ਅਧੀਨ ਮਾਨਤਾ ਨੂੰ ਲੈ ਕੇ ਬਠਿੰਡਾ ਸਿਵਲ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ, ਜਿਸ ਵਿੱਚ ਜਿੱਥੇ ਦੂਜੇ ਵਿਆਹ ਦੀ ਸ਼ਿਕਾਇਤ ਕਰਨ ਵਾਲੀ ਲੜਕੀ ਨੂੰ ਪਾਰਟੀ ਬਣਾਇਆ ਗਿਆ, ਉੱਥੇ ਹੀ ਡੇਰਾ ਸਿਰਸਾ ਪ੍ਰਬੰਧਕਾਂ ਨੂੰ ਪੁੱਛਿਆ ਗਿਆ ਕਿ ਡੇਰੇ ਅੰਦਰ ਕਿਹੜੇ ਰੀਤੀ ਰਿਵਾਜਾਂ ਨਾਲ ਵਿਆਹ ਹੁੰਦਾ ਹੈ। ਕਿ ਡੇਰੇ ਅੰਦਰ ਆਨੰਦ ਕਾਰਜ ਕਰਵਾਏ ਜਾਂਦੇ ਹਨ ਜਾਂ ਉੱਥੇ ਕੋਈ ਧਾਰਮਿਕ ਗ੍ਰੰਥ ਹੈ ਜਿਸ ਦੇ ਆਧਾਰ ਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਜਦਕਿ ਹਿੰਦੂ ਮੈਰਿਜ ਐਕਟ ਮੁਤਾਬਕ ਵਿਆਹ ਕਰਨ ਸਮੇਂ ਸਮੁੱਚੀਆਂ ਰਸਮਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਐਡਵੋਕੇਟ ਰਣਧੀਰ ਸਿੰਘ ਸਿੱਧੂ ਨੇ ਦੱਸਿਆ
ਕਿ ਇਸ ਮਾਮਲੇ ਵਿੱਚ ਡੇਰਾ ਪ੍ਰਬੰਧਕਾਂ ਤੋਂ ਇਲਾਵਾ ਮੈਰਿਜ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਪਾਰਟੀ ਬਣਾ ਕੇ ਪੁੱਛਿਆ ਗਿਆ ਹੈ ਕਿ ਕੀ ਡੇਰੇ ਵਿੱਚ ਦਿਲਜੋੜ ਮਾਲਾ ਰਾਹੀਂ ਹੁੰਦੇ ਵਿਆਹਾਂ ਨੂੰ ਉਹਨਾਂ ਵੱਲੋਂ ਮਾਨਤਾ ਹੈ। ਸਿਵਲ ਜੱਜ ਜੂਨੀਅਰ ਡਿਵੀਜ਼ਨ ਬਠਿੰਡਾ ਨੇ ਉਕਤ ਮਾਮਲੇ ਵਿੱਚ ਤਿੰਨੋਂ ਪਾਰਟੀਆਂ ਨੂੰ ਨੋਟਿਸ ਜਾਰੀ ਕਰਕੇ ਇਸ ਦਾ 2 ਅਗਸਤ 2022 ਤੱਕ ਜਵਾਬ ਦੇਣ ਬਾਰੇ ਕਿਹਾ ਗਿਆ। ਇਹ ਸਾਡੇ ਕਲਾਇੰਟ ਤੇ ਉਹਦੀ ਅਲੈਜਡ ਵਾਈਫ ਹੈ, ਜੋ ਲੜਕੀ ਕਹਿ ਰਹੀ ਹੈ ਕਿ ਮੈਂ ਇਹਦੇ ਨਾਲ ਵਿਆਹੀ ਹਾਂ, ਦਿਲ ਜੋੜ ਮਾਲਾ ਦੇ ਥਰੂ ਸੈਰਮਨੀ ਇਹਨਾਂ ਦੀ ਹੋਈ ਸੀ। ਉਸਨੇ ਪਹਿਲਾਂ ਕਿਤੇ ਇਹਦੇ ਤੇ ਐਲੀਗੇਸ਼ਨ ਲਾਏ ਸੀ ਕਿ ਇਹਨੇ ਸੈਕੰਡ ਮੈਰਿਜ ਕਰਵਾ ਲਈ, ਪਰ ਜਦੋਂ ਅਸੀਂ ਪੇਸ਼ ਹੋਏ ਕਿ ਅਸੀਂ ਉਹਨੂੰ ਪੁੱਛਿਆ ਕਿ ਤੇਰੀ ਮੈਰਿਜ ਕਿਸ ਤਰ੍ਹਾਂ ਹੋਈ ਸੀ, ਫਸਟ ਮੈਰਿਜ, ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਮੈਰਿਜ ਨਹੀਂ ਹੋਈ, ਸਾਡੀ ਡੇਰੇ 'ਚ ਹਾਰ ਪਾਈ ਗਈ ਸੀ, ਦਿਲ ਜੋੜ ਮਾਲਾ ਜਿਹਨੂੰ ਕਹਿੰਦੇ ਉਹ ਹੋਈ ਸੀ। ਤਾਂ ਹੁਣ ਅਸੀਂ ਇਸ 'ਤੇ ਸ਼ੂਟ ਫਾਰ ਡੈਕਲਾਰੇਸ਼ਨ ਫਾਈਲ ਕੀਤਾ ਇੱਥੇ, ਉਹ ਲੜਕੀ ਨੂੰ ਪਾਰਟੀ ਬਣਾ ਕੇ ਤੇ ਰਜਿਸਟਰਾਰ ਮੈਰਿਜ ਆਫਿਸ ਹੈ ਬਠਿੰਡਾ ਡਿਪਟੀ ਕਮਿਸ਼ਨਰ ਤੇ ਡੇਰਾ ਸੱਚਾ ਸੌਦਾ ਸਿਰਸਾ ਕਿ ਇਹ ਲੜਕੀ ਇਹ ਕਹਿ ਰਹੀ ਹੈ ਕਿ ਮੇਰੀ ਮੈਰਿਜ ਰੀਤੀ ਰਿਵਾਜਾਂ ਮੁਤਾਬਕ ਡੇਰੇ 'ਚ ਹੋਈ ਸੀ। ਹੁਣ ਰੀਤੀ ਰਿਵਾਜ ਡੇਰੇ ਦੇ ਕਿਹੜੇ ਆ? ਸੈਰਮਨੀਜ਼, ਕਿਉਂਕਿ ਹਿੰਦੂ ਮੈਰਿਜ ਐਕਟ ਦੇ ਅੰਡਰ ਸੈਰਮਨੀਜ਼ ਜੋ ਕੰਪਲੀਟ ਕਰਨੀਆਂ ਜ਼ਰੂਰੀ ਹੈ, ਜੋ ਹੁੰਦੀਆਂ ਆਪਣੇ, ਚਾਹੇ ਉਹ ਆਪਣੇ ਫੇਰੇ ਹੋਣ ਚਾਹੇ ਲਾਵਾਂ ਹੋਣ, ਜਿਵੇਂ ਸਿੱਖਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣੇ ਫੇਰੇ ਹੁੰਦੇ ਆ, ਲਾਵਾਂ ਹੁੰਦੀਆਂ, ਅਤੇ ਹਿੰਦੂਆਂ 'ਚ ਜਿਵੇਂ ਫੇਰੇ ਹੁੰਦੇ ਆ, ਜਾਂ ਹੋਰ ਵੀ ਹਿੰਦੂਆਂ ਦੇ ਕਈ ਆਪਣੇ ਬੋਧੀ ਜੈਨੀ ਜਾਂ ਦੂਸਰਿਆਂ ਦੇ ਅਲੱਗ-ਅਲੱਗ ਸੈਰਮਨੀਜ਼ ਹੁੰਦੀਆਂ। ਇਹਨਾਂ ਦੀ ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਇੱਧਰੋਂ ਆਪਣੇ ਦੱਸਣਗੇ ਆਫਿਸ ਵੱਲੋਂ ਪੇਸ਼ ਹੋ ਕੇ, ਉਹਨਾਂ ਦੇ ਰਿਪਲਾਈ ਆਏਗਾ ਕਿ ਡੇਰੇ ਦੀ ਜੋ ਇਹ ਪਰੰਪਰਾ ਦਿਲ ਜੋੜ ਮਾਲਾ ਦੀ ਸੈਰਮਨੀ ਹੈ, ਇਸ ਨੂੰ ਮਾਨਤਾ ਹੈ ਕਿ ਨਹੀਂ ਹੈ। ਕਿਉਂਕਿ ਸਾਡੇ ਧਿਆਨ 'ਚ ਇਹ ਆਇਆ ਸੀ, ਅਸੀਂ ਪਹਿਲਾਂ ਹੀ ਪੁੱਛਿਆ ਸੀ ਕਿ ਰਜਿਸਟ੍ਰੇਸ਼ਨ ਤਾਂ ਹੋ ਨਹੀਂ ਸੀ ਰਹੀ ਇਸ ਵੇਸ 'ਤੇ, ਕੁਛ ਉੱਥੇ ਡੇਰੇ ਦੇ ਪ੍ਰਭਾਵ 'ਚ, ਜਦੋਂ ਡੇਰੇ ਦਾ ਪੂਰਾ ਪ੍ਰਭਾਵ ਸੀ ਤਾਂ ਉੱਥੇ ਉਹਨਾਂ ਨੇ ਇਸੇ ਬੇਸ 'ਤੇ ਰਜਿਸਟ੍ਰੇਸ਼ਨ ਕਰਾਈਆਂ। ਪਰ ਇੱਥੇ ਜਿੰਨੇ ਵੀ ਅਸੀਂ ਦੇਖੇ ਹੈ ਤਾਂ ਉੱਥੋਂ ਦਿਲ ਜੋੜ ਮਾਲਾ ਕਰਕੇ ਆ ਕੇ ਦੁਬਾਰਾ ਉਹਨਾਂ ਨੇ ਇੱਥੇ ਮੈਰਿਜ ਕੀਤੀ ਹੈ, ਆਨੰਦ ਕਾਰਜ ਕੀਤੇ ਹੈ ਜਾਂ ਫੇਰੇ ਕੀਤੇ ਹੈ, ਕੁਛ ਵੀ ਆਪਣੇ ਕਸਟਮ ਮੁਤਾਬਕ ਸੈਰਮਨੀ ਹੋਈਆਂ। ਤਾਂ ਅਸੀਂ ਇਹੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਡੇਰੇ ਦੇ ਵਿੱਚ ਤੁਸੀਂ ਦੱਸੋ ਕਿ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਕੋਈ ਹੋਰ ਹਿੰਦੂ ਗ੍ਰੰਥ ਜਾਂ ਧਾਰਮਿਕ ਗ੍ਰੰਥ ਕੋਈ ਵੀ ਜਿਸ ਦੇ ਬੇਸ 'ਤੇ ਤੁਸੀਂ ਸੈਰਮਨੀ ਕੰਪਲੀਟ ਕਰਦੇ ਹੋ, ਜਾਂ ਸਿਰਫ ਦਿਲ ਜੋੜ ਮਾਲਾ ਹੀ ਹੈ, ਸਿਰਫ ਹਾਰ ਹੀ ਪਾਏ ਜਾਂਦੇ। ਜੇ ਹਾਰ ਹੀ ਪਾਏ ਜਾਂਦੇ ਹੈ ਤਾਂ ਫਿਰ ਡਿਪਟੀ ਕਮਿਸ਼ਨਰ ਉਸ ਵੱਲੋਂ ਸਾਨੂੰ ਰਜਿਸਟਰਾਰ ਵੱਲੋਂ ਇਹ ਦੱਸਿਆ ਜਾਵੇ ਕਿ ਇਸ ਦੀ ਕੀ ਅਥੈਂਟਿਸਿਟੀ ਹੈ ਕਿ ਇਸ ਬੇਸ 'ਤੇ ਅਸੀਂ ਮੈਰਿਜ ਨੂੰ ਰਜਿਸਟਰ ਕਰ ਸਕਦੇ ਹਾਂ। ਅਤੇ ਅਸੀਂ ਲੜਕੀ ਨੂੰ ਇਸ ਲਈ ਪਾਰਟੀ ਬਣਾਇਆ ਕਿ ਲੜਕੀ ਕਹਿ ਰਹੀ ਹੈ ਕਿ ਸੈਰਮਨੀ ਜੋ ਉੱਥੇ ਹੋਈਆਂ, ਕਿ ਉਹ ਦੱਸੇ ਉੱਥੇ ਆਨੰਦ ਕਾਰਜ ਹੋਇਆ, ਫੇਰੇ ਹੋਏ ਆ ਜਾਂ ਕੀ ਹੋਇਆ, ਕਿ ਕੀ ਸੈਰਮਨੀ ਹੋਈ ਹੈ ਤੁਹਾਡੀ ਉੱਥੇ। ਇਸ ਲਈ ਇਹ ਸ਼ੂਟ ਫਾਰ ਡੈਕਲਾਰੇਸ਼ਨ ਫਾਈਲ ਕੀਤਾ ਸੀ। ਇਸ 'ਚ 2/8 ਲਈ ਸੰਮਣ ਹੋਏ ਹੈ ਡੇਰੇ ਨੂੰ ਤੇ ਇਹਨਾਂ ਤਿੰਨਾਂ ਪਾਰਟੀਆਂ ਨੂੰ। ਸੋ ਜ਼ਾਹਿਰ ਹੈ ਮਾਮਲਾ ਗੰਭੀਰ ਹੈ। ਹੁਣ ਅਦਾਲਤ ਵਿੱਚ ਫੈਸਲਾ ਹੋਏਗਾ ਕਿ ਆਖਿਰ ਡੇਰਾ ਸਿਰਸਾ ਦੇ ਵਿੱਚ ਹੋਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਕਿਸ ਹੱਦ ਤੱਕ ਹੈ। ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਅੱਜ ਬਠਿੰਡਾ ਦੇ ਵਿੱਚ ਹੋਏ ਇੱਕ ਸੜਕ ਹਾਦਸੇ ਦੀ। ਬਰਨਾਲਾ ਰੋਡ ਤੇ ਇੱਕ ਟਰੱਕ ਜਿਹੜਾ ਹੈ ਉਹ ਟੁੱਟੀ ਸੜਕ ਕਾਰਨ ਪਲਟ ਗਿਆ ਹੈ। ਟਰੱਕ ਦੇ ਵਿੱਚ ਗੰਢੇ ਭਰੇ ਹੋਏ ਸੀ ਜੋ ਜੋਧਪੁਰ ਤੋਂ ਮਲੇਰਕੋਟਲਾ ਜਾ ਰਿਹਾ ਸੀ, ਔਰ ਦੇਖਣ ਵਾਲੀਆਂ ਤਸਵੀਰਾਂ ਨੇ ਇਹ ਟਰੱਕ ਪਲਟ ਗਿਆ। ਇਸ ਦੇ ਵਿੱਚ ਪਿਆਜ਼ ਭਰੇ ਹੋਏ ਸੀ ਤੇ ਟਰੱਕ ਪਲਟਣ ਤੋਂ ਬਾਅਦ ਲੋਕ ਜਿਹੜੇ ਨੇ ਇਸ ਦੇ ਵਿੱਚ ਭਰੇ ਹੋਏ ਗੰਢੇ ਲੈ ਕੇ ਫਰਾਰ ਹੋ ਗਏ। ਲੋਕਾਂ ਨੇ ਜੰਮ ਕੇ ਗੰਢਿਆਂ ਦੀ ਲੁੱਟ ਵੀ ਕੀਤੀ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਰੋਡ ਟੁੱਟਿਆ ਹੋਣ ਕਾਰਨ ਜਿਹੜਾ ਉਸ ਦਾ ਟਰੱਕ ਪਲਟਿਆ। ਤੁਸੀਂ ਵੇਖ ਸਕਦੇ ਹੋ ਟਰੱਕ ਦੇ ਕੋਲ ਲੋਕਾਂ ਦੀਆਂ ਭੀੜਾਂ ਵੇਖ ਸਕਦੇ ਹੋ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੋਂ ਪਿਆਜ਼ ਚੋਰੀ ਕਰਕੇ ਤੁਰਦੇ ਬਣੇ। ਦੂਰਾ ਨੁਕਸਾਨ ਹੋਇਆ। ਦੱਸ ਦਈਏ ਕਿ ਬਰਨਾਲਾ ਰੋਡ ਤੇ ਜਿਹੜੇ ਫਲਾਈਓਵਰ ਬਣਨ ਦੇ ਚੱਲਦਿਆਂ ਸੜਕ ਟੁੱਟੀ ਹੋਈ ਹੈ, ਉਸ ਦੇ ਚੱਲਦਿਆਂ ਨੁਕਸਾਨ ਹੋਇਆ ਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇਹ ਸੜਕ ਪਟ ਰੱਖੀ ਹੈ ਇਹ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਸਰਕਾਰ ਧਿਆਨ ਨਹੀਂ ਦੇ ਰਹੀ। ਪਿਛਲੇ ਦਿਨਾਂ ਦੇ ਵਿੱਚ ਵੀ ਇੱਥੇ ਲਗਾਤਾਰ ਸੜਕ ਹਾਦਸੇ ਵਾਪਰੇ ਨੇ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਲੋਕਾਂ ਦਾ ਕਹਿਣਾ ਹੈ ਕਿ ਉਹ ਪਰੇਸ਼ਾਨ ਨੇ ਕਿ ਇੱਥੇ ਬਣਦੇ ਪ੍ਰਬੰਧ ਨਹੀਂ ਕੀਤੇ ਗਏ। ਦੂਜੇ ਪਾਸੇ ਜਿਹੜੀ ਕੰਪਨੀ ਸੜਕ ਬਣਾ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਐਕਸੀਡੈਂਟ ਦਾ ਪਤਾ ਹੀ ਨਹੀਂ ਸੀ। ਰਾਤ ਦਾ ਐਕਸੀਡੈਂਟ ਹੋਇਆ ਤਾਂ ਉਹ ਇਸ ਤੋਂ ਬੇਖਬਰ ਨਜ਼ਰ ਆਏ। ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਬਰਨਾਲਾ ਰੋਡ ਦੇ ਉੱਤੇ ਟਰੱਕ ਪਲਟਿਆ ਜੋ ਗੰਢਿਆਂ ਦਾ ਭਰਿਆ ਹੋਇਆ ਸੀ, ਪਿਆਜ਼ਾਂ ਦਾ ਭਰਿਆ ਹੋਇਆ ਸੀ ਤੇ
ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੂੰ ਨੇ ਪਿਆਜ਼ਾਂ ਦੀ ਲੁੱਟ ਮਚਾ ਦਿੱਤੀ ਤੇ ਲੋਕ ਇੱਥੋਂ ਪਿਆਜ਼ ਚੋਰੀ ਕਰਕੇ ਤੁਰਦੇ ਬਣੇ ਤੇ ਦੂਰਾ ਨੁਕਸਾਨ ਜਿਹੜਾ ਹੈ ਉਹ ਝੱਲਣਾ ਪਿਆ ਹੈ ਪੀੜਤ ਨੂੰ। ਇੱਕ ਤਾਂ ਉਸਦਾ ਟਰੱਕ ਪਲਟਿਆ, ਦੂਜਾ ਉਸਦਾ ਮਾਲ ਵੀ ਜਿਹੜਾ ਉਹ ਖੱਖਰ ਪੱਖਰ ਹੋ ਗਿਆ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵੰਤ ਕੰਪਨੀ ਦੀ ਸੜਕ ਦੀ ਮੇਨਟੇਨੈਂਸ ਕਰਨ ਵਾਲੀ ਕੰਪਨੀ ਜਿਹੜੀ ਹੈ ਉਹ ਇਸ ਤੋਂ ਬੇਖਬਰ ਨਜ਼ਰ ਆਈ। ਉਹਨਾਂ ਨੇ ਇੱਕ ਹਲਕਾ ਜਵਾਬ ਦਿੱਤਾ कि सानू एक्सीडेंट का पता ही नहीं सी कि रात का एक्सीडेंट होया। रात का नहीं हुआ, कब हुआ ये पता नहीं। देखो फोन आया था मेरे अभी 2:30-3 बजे आसपास फोन आया था। ਇਹ ਜਿਹੜੀ ਸੜਕ ਹੈ ਜੀ ਸਾਲ ਭਰ ਤੋਂ ਉੱਤੇ ਹੋ ਗਿਆ। ਇਹ ਸੜਕ ਪੱਟੀ ਵੀ ਹੈ, ਦੋਨੇ ਪਾਸੇ ਟੂਲ ਨੇ, ਟੂਲ ਰੋਡ ਹੈ, 4 ਲਾਈਨ ਹੈ। ਵੀ ਤੁਸੀਂ ਇਹ ਦੇਖੋ ਵੀ ਮੈਂ ਵੀ ਟਰਾਂਸਪੋਰਟ ਦਾ ਕੰਮ ਹੈ ਮੇਰਾ ਵੀ, ਅਸੀਂ ਟੂਲ ਵੀ ਭਰਦੇ ਆ, ਰੋਡ ਟੈਕਸ ਵੀ ਭਰਦੇ ਆ, ਪਰ ਆ ਰੋਡ ਦਾ ਤੁਸੀਂ ਹਾਲਾਤ ਦੇਖ ਲਓ ਕੀ ਹੈ। ਇਹ ਕਹਿੰਦੇ ਨੇ ਵੀ ਇੱਥੇ ਜੀ ਓਵਰਬ੍ਰਿਜ ਬਣੂ, ਜਿੰਨੇ ਚਿਰ ਓਵਰਬ੍ਰਿਜ ਨਹੀਂ ਬਣਦਾ ਇਹਨੂੰ ਰੋਡ ਨੂੰ ਕੰਪਲੀਟ ਤਾਂ ਕਰੋ। ਓਵਰਬ੍ਰਿਜ ਤਾਂ ਜਦੋਂ ਬਣੂਗਾ ਦੇਖੀ ਜਾਊਗੀ। ਜਿਹੜਾ ਇਹ ਰੋਡ ਹੈ ਪਹਿਲਾਂ ਬਣਾਤਾ, ਫਿਰ ਪੱਟਤਾ, ਫਿਰ ਇਹ 6 ਮਹੀਨੇ ਦਾ ਇਹਨਾਂ ਨੇ ਪੁਲ ਬਣਾਉਣ ਵਾਸਤੇ ਉੱਥੇ ਲਾਈਆਂ ਆਪਣੀਆਂ ਮਸ਼ੀਨਾਂ, ਉਦੋਂ ਬਾਅਦ ਕੰਮ ਬੰਦ ਕਰਤਾ। ਵੀ ਇਹ ਪਬਲਿਕ ਕਿਉਂ ਪਰੇਸ਼ਾਨ ਹੋ ਰਹੀ ਹੈ। ਇੱਕ ਹਫ਼ਤਾ ਪਹਿਲਾਂ ਇੱਥੇ 2 ਬੰਦਿਆਂ ਦੀ ਡੈਥ ਹੋ ਗਈ, ਪਹਿਲਾਂ ਇੱਕ ਬੱਚੇ ਦੀ ਹੋ ਗਈ, ਉਦੋਂ ਅਗਲੇ ਦਿਨ ਇੱਕ ਬੰਦੇ ਦੀ ਫੇਰ ਡੈਥ ਹੋ ਗਈ। ਕਿਸੇ ਨੂੰ ਪ੍ਰਸ਼ਾਸਨ ਨੂੰ ਕੋਈ ਹੋਰ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ। ਮੈਂ ਕਹਿੰਦਾ ਹਾਦਸਾ ਹੀ ਜਿਸ ਤਰ੍ਹਾਂ ਗੱਡੀ ਆਊਟ ਆਫ ਕੰਟਰੋਲ ਹੋ ਗਈ ਸੀ, ਇਹਦੇ ਤੋਂ ਹੀ ਡਰਾਈਵਰ ਵੀ ਘਬਰਾ ਗਿਆ ਸੀ। ਰਾਤ 11 ਵਜੇ ਦੀ 12 ਵਜੇ ਦੀ ਗੱਡੀ ਪਲਟੀ ਹੋਈ ਤੇ ਉਦੋਂ ਬਾਅਦ ਇਹ 4 ਵਜੇ ਤੱਕ ਡਰਾਈਵਰ ਵਿੱਚ ਪਿਆ ਰਿਹਾ। ਇਹਦੇ ਲੋਕ ਪਿਆਜ਼ ਵੀ ਚੱਕ ਕੇ ਲੈ ਗਏ, ਇਹਦਾ ਮੋਬਾਈਲ ਵੀ ਚੋਰੀ ਕਰਕੇ ਲੈ ਗਏ। ਸਾਡੇ ਤਾਂ ਇੱਥੇ ਇੰਨੇ ਹਾਲਾਤ ਮਾੜੇ ਹੋਏ ਪਏ ਨੇ ਵੀ ਇੰਨਾ ਨਸ਼ਾ ਪੱਤਾ ਹੋਰ ਤੇ ਆ ਟੂਲ ਵਾਲਿਆਂ ਨੂੰ ਇਹਨਾਂ ਦੀ ਕੋਈ ਹਿਫਾਜ਼ਤ ਕਰਨ ਦਾ, ਕੋਈ ਮਦਦ ਕਰਨ ਦਾ ਕੋਈ ਹੱਕ ਨਹੀਂ ਹੈਗਾ। ਇਹਨਾਂ ਨੂੰ ਟੂਲ ਲੈਣੀ ਆਉਂਦੇ ਨੇ, ਟੂਲ ਟੈਕਸ ਤਿੱਗਣੇ ਕਰਤੇ, ਗੌਰਮੈਂਟਾਂ ਦਾ ਢਿੱਡ ਨਹੀਂ ਭਰ ਰਿਹਾ। ਇਹਨਾਂ ਨੇ ਟੂਲ ਟੈਕਸ, ਰੋਡ ਟੈਕਸ, ਡੀਜ਼ਲ ਦਾ ਰੇਟ ਦੇਖੋ। ਆ ਡਰਾਈਵਰ ਦਾ ਜਿਹੜਾ ਗੱਡੀ ਦਾ ਮਾਲਕ ਹੈ, ਖੁਦ ਡਰਾਈਵਰ ਹੈ ਮਾਲਕ ਗੱਡੀ ਦਾ, ਉਹਦਾ ਤਾਂ ਪਰਿਵਾਰ ਬਰਬਾਦ ਹੋ ਗਿਆ ਨਾ। ਛੋਟੇ ਛੋਟੇ ਬੱਚੇ ਨੇ, ਗੱਡੀ ਕਵਾੜ ਹੋਈ ਪਈ ਹੈ। ਤੇ ਤੁਸੀਂ ਆ ਦੇਖੋ ਸਾਰਾ ਕੁਝ ਰੋਡ ਦਾ ਦੇਖੋ ਕੀ ਹਾਲਾਤ ਬਣੇ ਪਏ ਨੇ। ਇਹਨਾਂ ਨੂੰ 1% ਵੀ ਕੁਝ ਨਹੀਂ ਸੋਚਦੇ। ਟੂਲਾਂ ਦੇ ਰੇਟ ਦੇਖੋ ਤੁਸੀਂ। ਉਦੋਂ ਬਾਅਦ 2 ਚੌਕ ਬਣੇ ਹੋਏ ਆ। ਪਹਿਲਾਂ ਤਾਂ ਮੈਂ ਇਹਨਾਂ ਦੇ ਬਾਈਲਾਜ਼ ਮੰਗਣਾ ਚਾਹੁੰਦਾ ਵੀ ਮੈਨੂੰ ਇਹ ਬਾਈਲਾਜ਼ ਲਿਆ ਕੇ ਦਿਖਾ ਦੇਣ ਵੀ ਕਿਹੜੇ ਹਾਈਵੇ ਦੇ ਉੱਪਰ, ਕਿਹੜੇ 4 ਲਾਈਨ ਦੇ ਉੱਪਰ ਥਰੂ ਆਊਟ ਇੰਡੀਆ ਦੇ ਵਿੱਚ ਮੈਂ ਇੱਕ ਪਹਿਲਾ ਇਹ ਰੋਡ ਵੇਖ ਰਿਹਾ ਜਿੱਥੇ ਲਾਲ ਲਾਈਟਾਂ ਲੱਗੀਆਂ ਹੋਈਆਂ। ਰੈੱਡ ਲਾਈਟ ਕਦੇ ਵੀ ਨੈਸ਼ਨਲ ਹਾਈਵੇ ਉੱਪਰ ਨਹੀਂ ਲੱਗਦੀ ਹੁੰਦੀ, ਇਹਨਾਂ ਨੇ ਲਗਾਈਆਂ ਕਿਵੇਂ ਇਹ। ਦੂਜੀ ਗੱਲ, ਇੱਥੇ ਪਹਿਲਾਂ ਜਦੋਂ ਇਹ ਰੋਡ ਪਲਾਨ ਕੀਤੀ ਗਈ ਸੀ ਉਦੋਂ ਹੀ ਇੱਥੇ ਫਲਾਈਓਵਰ ਪਲਾਨ ਕਿਉਂ ਨਹੀਂ ਕੀਤਾ ਗਿਆ? ਚਲੋ ਕੋਈ ਗੱਲ ਨਹੀਂ, ਹੁਣ ਜੇ ਇਹ ਰੋਡ ਕਰ ਰਹੇ ਆ ਤਾਂ ਇਹਦਾ ਡਾਈਵਰਸ਼ਨ ਕਿਉਂ ਨਹੀਂ ਦੇ ਰਹੇ? ਕਿਉਂ ਨਹੀਂ ਰੂਟ ਆਦਾ ਉਧਰੋਂ ਡਾਈਵਰਟ ਕਰ ਰਹੇ? ਕਿਉਂ ਨਹੀਂ ਆਗੇ ਬੰਦੇ ਇੱਥੇ ਲਗਾ ਰਹੇ? ਕਰੋੜਾਂ ਰੁਪਏ ਦਾ ਪ੍ਰੋਜੈਕਟ ਹੈ, ਇਹਨਾਂ ਕੋਲੇ 2 ਟਰਾਲੀਆਂ ਪਾਣੀ ਦੇ ਸਟਵਾਨ ਨੂੰ ਹੈ ਨਹੀਂ ਵੀ ਇੱਥੇ ਅਸੀਂ ਪਾਣੀ ਰੋਜ਼ ਛਿੜਕਵਾ ਦਿਆ ਕਰੇ ਤਾਂ ਕਿ ਮਿੱਟੀ ਨਾ ਉੱਡੇ। ਜਿਹੜੇ ਦੁਕਾਨਦਾਰ ਵਿਚਾਰੇ ਸਾਈਡ ਤੇ ਬੈਠੇ ਆ, ਜਿਨ੍ਹਾਂ ਦਾ ਰੋਜ਼ਗਾਰ ਇਹਨਾਂ ਨੇ 1 ਸਾਲ ਤੋਂ ਖਤਮ ਕਰ ਰੱਖਿਆ, ਉਹਨਾਂ ਤੇ ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾਗਾ। ਜਿਹੜੇ ਤੇ ਲਾਈਟ ਦੇ ਉੱਪਰ, ਰੈੱਡ ਲਾਈਟ ਦੇ ਉੱਪਰ ਲੋਕ ਖੜੇ ਹੁੰਦੇ ਆ, ਉਹ ਪਰੇਸ਼ਾਨ ਹੁੰਦੇ ਆ, ਮਿੱਟੀ ਰੁੜ ਕੇ ਉਹਨਾਂ ਦੇ ਚਿਹਰੇ ਦੇ ਉੱਪਰ ਪੈਂਦੀ ਹੈ। ਦੋਨਾਂ ਚੌਂਕਾਂ ਦੇ ਵਿੱਚ ਪੁਲਿਸ ਮੁਲਾਜ਼ਮ ਖੜਦੇ ਆ, ਉਹਨਾਂ ਦੀ ਹਾਲਤ ਦੇਖੋ। ਸਵੇਰੇ ਵਿਚਾਰੇ ਨਹਾ ਧੋ ਕੇ ਵਰਦੀ ਪਾ ਕੇ ਆਉਂਦੇ ਆ। ਤੇ ਇਸ ਦੇ ਨਾਲ ਹੀ ਜੀਰਾ ਤੋਂ ਖਬਰ ਹੈ ਜਿੱਥੇ ਇੱਕ ਲੁੱਟ ਖੋਹ ਦੀ ਵੱਡੀ ਵਾਰਦਾਤ ਵਾਪਰੀ ਹੈ, ਜਿਸ ਵਿੱਚ ਲੱਖਾਂ ਰੁਪਏ ਦੀ ਲੁੱਟ ਹੋਈ ਹੈ। ਪੰਜਾਬ ਵਿੱਚ ਇਸ ਵੇਲੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਵਾਰਦਾਤ ਅੱਜ ਜੀਰਾ ਦੇ ਵਿੱਚ ਵਾਪਰੀ ਹੈ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਜੀਰਾ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਦੇ ਕੋਲੋਂ ਦਿਨ ਦਿਹਾੜੇ 23,70,000 ਰੁਪਏ ਦੀ ਲੁੱਟ ਹੋਈ ਹੈ। ਇਸ ਲੁੱਟ ਦੇ ਸੰਬੰਧ ਦੇ ਵਿੱਚ ਜੋ ਫਾਈਨਾਂਸ ਕੰਪਨੀ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਹੈ, ਉਸ ਦੇ ਅਨੁਸਾਰ ਉਹ ਆਪਣੇ ਦਫ਼ਤਰ ਵਿੱਚ ਬੈਠੇ ਸਨ ਤੇ 2 ਹਥਿਆਰਬੰਦ ਲੁਟੇਰੇ ਦਫ਼ਤਰ ਦੇ ਅੰਦਰ ਆਉਂਦੇ ਨੇ, ਦਾਖਲ ਹੋਏ ਤੇ ਹਥਿਆਰ ਦਿਖਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ। ਇਸ ਉਪਰੰਤ ਉਹਨਾਂ ਕੋਲੋਂ ਸਾਰੀਆਂ ਚਾਬੀਆਂ ਲੈ ਲਈਆਂ। ਉਹਨਾਂ ਨੂੰ ਰਸੋਈ ਦੇ ਵਿੱਚ ਬੰਦ ਕਰ ਦਿੱਤਾ ਗਿਆ। ਮੁਲਾਜ਼ਮਾਂ ਨੂੰ, ਜਿੰਨੇ ਵੀ ਮੁਲਾਜ਼ਮ ਉੱਥੇ ਤੈਨਾਤ ਸੀ, ਉਹਨਾਂ ਨੇ ਬੇਖੌਫ ਹੋ ਕੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਥੋਂ 23,70,000 ਰੁਪਏ ਨਕਦ ਰਾਸ਼ੀ ਜਿਹੜੀ ਆ ਉਹ ਚੋਰੀ ਕਰਕੇ ਫਰਾਰ ਹੋ ਗਏ। ਇਲਜ਼ਾਮ ਹਨ ਕਿ ਲੁਟੇਰਿਆਂ ਨੇ 2 ਸੈਮਸੰਗ ਕੰਪਨੀ ਦੇ ਮੋਬਾਈਲ ਵੀ ਲੁੱਟ ਲਏ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਕਬਜ਼ੇ ਵਿੱਚ ਲੈ ਲਈ ਹੈ। ਇਸ ਨੂੰ ਖੰਗਾਲਿਆ ਜਾ ਰਿਹਾ ਹੈ। ਇਹਨਾਂ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ। ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਜੋ ਚਸ਼ਮਦੀਦ ਸੀ ਪੂਰੀ ਘਟਨਾ ਦੇ ਤੇ ਪੀੜਤ ਵੀ ਕਹਿ ਸਕਦੇ ਹਾਂ, ਤੇ ਉਹਨਾਂ ਦਾ ਕਹਿਣਾ ਕੀ ਹੈ। ਕੱਲ੍ਹ ਅਸੀਂ ਜਦੋਂ ਮੈਂ ਤੇ ਮੇਰੇ ਫੀਲਡ ਅਫਸਰ ਨਾਲ ਬੈਠੇ ਹੋਏ ਸੀਗੇ, ਮੇਰੇ ਸਹਿਯੋਗੀ ਬੈਠੇ ਸੀ, ਮੇਰੇ EMPLOYE ਨਾਲ ਬੈਠੇ ਹੋਏ ਸੀ ਤੇ ਅਸੀਂ ਦੋਨੋਂ ਕੰਮ ਕਰ ਰਹੇ ਸੀ ਆਪਣਾ। ਤੇ ਕੁਝ ਲੋਕਾਂ ਨੂੰ ਜਿਵੇਂ ਅਸੀਂ ਕੈਸ਼ ਵਗੈਰਾ ਦੇ ਕੇ ਫ੍ਰੀ ਹੋ ਕੇ ਬੈਠੇ ਹੋਏ ਸੀਗੇ, ਆਪਣਾ ਆਪਦਾ ਕੰਮ ਕਰਦੇ ਸੀ ਆਫਿਸ ਦਾ। ਅਚਾਨਕ ਤੋਂ 2 ਮੁੰਡੇ ਆਏ, ਉਹਨਾਂ ਨੇ ਆ ਕੇ ਸਾਡਾ ਦਰਵਾਜ਼ਾ ਪਹਿਲਾਂ ਤਾਂ ਖਟਖਟਾਇਆ। ਦਰਵਾਜ਼ਾ ਖਟਕਾ ਕੇ ਤੇ ਮੈਂ ਉਹਨਾਂ ਨੂੰ ਕਿਹਾ, ਪੁੱਛਿਆ ਤੁਸੀਂ ਕੌਣ ਹੋ ਜੀ?
ਤੇ ਇਹਨੇ ਦੇ ਨੂੰ ਮੇਰੀ ਇੱਥੇ ਵਿੰਡੋ ਕੋਲੇ ਆਇਆ ਤੇ ਵਿੰਡੋ ਕੋਲ ਆ ਕੇ ਤਾਂ ਪਿੱਛੋਂ ਦੀ ਆਉਣ ਲੱਗਾ। ਮੈਂ ਕਿਹਾ ਚੱਲ ਸ਼ਾਇਦ ਕੋਈ ਕਸਟਮਰ ਹੀ ਹੋਣਾ ਜਿਹਨੂੰ ਪਤਾ ਪਿੱਛੋਂ ਦੀ ਆਉਣਾ ਹੁੰਦਾ, ਕਿਉਂਕਿ ਮੋਸਟਲੀ ਸਾਡਾ ਜਿਹੜਾ ਦਰਵਾਜ਼ਾ ਹੁੰਦਾ ਸਾਹਮਣੇ ਵਾਲਾ ਉਹ ਬੰਦ ਹੀ ਹੁੰਦਾ ਜੀ। ਤੇ ਉਹ ਮੈਨੂੰ ਲੱਗਾ ਕਿ ਕਸਟਮਰ ਦਾ ਹੀ ਪਿੱਛੋਂ ਦੀ ਵੇਖਣ ਲੱਗ ਪਏ ਸੀ, ਪਛਾਣ ਨੂੰ ਵੇਖਣ ਲੱਗ ਪਏ ਵੀ ਸ਼ਾਇਦ ਇੱਧਰ ਦੀ ਆਏਗਾ। ਜਿੰਨੀ ਦੇਰ ਅਸੀਂ ਇੱਧਰ ਦੇਖਣ ਲੱਗੇ ਉਹ ਸਾਡੀ ਮੇਰੇ ਬਿਲਕੁਲ ਬੈਕ ਸਾਈਡ 'ਤੇ ਇੱਕ ਦਰਵਾਜ਼ਾ ਜੀ, ਮੇਰੀ ਕੁਰਸੀ ਦੇ ਪਿਛਲੇ ਪਾਸੇ, ਉਹ ਜਸਟ ਉੱਧਰ ਦੀ ਐਂਟਰ ਕੀਤਾ। ਇੱਕ ਕੋਲੇ ਕਾਪਾ ਫੜਿਆ ਹੋਇਆ ਸੀ, ਇੱਕ ਅੱਧਾ ਹੱਥ 'ਚ ਪਿਸਟਲ ਸੀ। ਉਹਨਾਂ ਨੇ ਮੈਨੂੰ ਘੇਰ ਲਿਆ ਤੇ ਮੈਨੂੰ ਕਹਿੰਦੇ ਵੀ ਚਾਬੀਆਂ ਦੇ ਤੇ ਕੈਸ਼ ਕੱਢ ਕਿੱਥੇ ਆ, ਤੇ ਮੈਨੂੰ ਕੁੱਟਣ ਮਾਰਨ ਵੀ ਲੱਗ ਪਏ। ਫਿਰ ਮੇਰੇ ਸਹਿਯੋਗੀ ਉਹਨਾਂ ਨੂੰ ਫੜ ਕੇ ਇੱਕ ਉਹਨੂੰ ਤਾਂ ਉਹਨਾਂ ਨੇ ਰਸੋਈ ਦੇ ਵਿੱਚ ਬੰਦ ਕਰ ਦਿੱਤਾ। ਰਸੋਈ ਦੇ ਵਿੱਚ ਬੰਦ ਕਰ ਦਿੱਤਾ, ਮੇਰੇ ਨਾਲ ਕੁੱਟ ਮਾਰ ਕਰਨ ਲੱਗ ਪਏ ਤੇ ਮੇਰੇ ਤੋਂ ਚਾਬੀਆਂ ਖੋਹ ਕੇ ਕਹਿੰਦੇ ਵੀ ਦੱਸ ਕਿੱਥੇ ਪਿਆ ਕੈਸ਼, ਕਿੱਥੇ ਨਹੀਂ ਪਿਆ, ਤੈਨੂੰ ਗੋਲੀ ਮਾਰ ਦਾਂਗੇ ਜਾਂ ਤੈਨੂੰ ਵੜ ਦਾਂਗੇ ਅਸੀਂ, ਵੀ ਦੱਸ ਸਾਰਾ ਕੁਝ ਕਿੱਥੇ ਪਿਆ। ਫਿਰ ਮੈਨੂੰ ਦੱਸਣਾ ਪਿਆ। ਮੈਨੂੰ ਆਪਣੇ ਕਾਊਂਟਰ ਦੇ ਵਿੱਚੋਂ ਮਤਲਬ ਮੇਰਾ ਜਿਹੜਾ ਦਰਾਜ ਆ ਮੇਰੇ ਟੇਬਲ ਦਾ, ਉਹਦੇ ਵਿੱਚ ਕੱਢ ਕੇ ਮੈਨੂੰ ਕੈਸ਼ ਦੇਣਾ ਪਿਆ ਉਹਨਾਂ ਨੂੰ ਆਪਣੇ ਆਪ ਹੀ। ਫਿਰ ਉਹਨਾਂ ਨੇ ਮੈਨੂੰ ਫਿਰ ਵੀ ਮਾਰਿਆ, ਫਿਰ ਵੀ ਕੁੱਟਿਆ, ਮੇਰੇ ਨਾਲ ਕੁੱਟਮਾਰ ਕੀਤੀ, ਮੇਰੇ ਬੈਕ 'ਤੇ ਵੀ ਲੱਗੀ ਤੇ ਮੇਰੇ ਇੱਥੇ ਆਰਮ 'ਤੇ ਵੀ ਲੱਗੀ, ਬਾਂਹ 'ਤੇ ਵੀ ਮਾਰੀ ਉਹਨਾਂ ਨੇ ਕਾਫੀ। ਤੇ ਕਿੰਨੇ ਕੁ ਦਾ ਕੈਸ਼ ਜਿਹੜਾ ਸੀ ਕਾਫੀ? 2,37,000 ਦਾ ਕੈਸ਼ ਸੀ। ਫਿਰ ਅਸੀਂ ਉਹ ਬੋਲਟ ਪੁੱਛ ਰਹੇ ਸੀ, ਮੈਨੂੰ ਬੋਲਟ ਦਾ ਮੀਨਿੰਗ ਨਹੀਂ ਪਤਾ ਸੀ ਕਿਹੜੇ ਬੋਲਟ ਦੀ ਗੱਲ ਕਰ ਰਹੇ। ਮੈਨੂੰ ਖਿੱਚਦੇ ਬਾਹਰ ਲੈ ਗਏ ਵੀ ਬੋਲਟ ਦੀ ਚਾਬੀ ਦੇ। ਮੈਨੂੰ ਲੱਗਾ ਕੋਈ ਬੁਲਟ ਖੜਾ ਹੋਣਾ ਇੱਥੇ ਅੰਦਰ, ਉਹਦੀ ਬੁਲਟ ਦੀ ਚਾਬੀ ਮੰਗਦੇ ਆ। ਫਿਰ ਮੈਨੂੰ ਕਿਹਾ ਵੀ ਮੇਰੇ ਬੁਲਟ ਦਾ ਇੱਥੇ ਕੋਈ ਹੈਗਾ ਨਹੀਂ, ਤੇ ਬੁਲਟ ਤੁਸੀਂ ਕਿਹੜਾ ਪੁੱਛਦੇ ਆ। ਤੇ ਅਸੀਂ ਇੰਨੀ ਦੇਰ ਨੂੰ ਕਹਿੰਦੇ ਬੁਲਟ ਨਹੀਂ, ਜਿੱਥੇ ਸਾਰਾ ਕੈਸ਼ ਪ੍ਰੋਪਰ ਸਾਰਾ ਕੈਸ਼ ਪਿਆ ਹੁੰਦਾ। ਮੈਂ ਕਿਹਾ ਇੱਥੇ ਕੋਈ ਪ੍ਰੋਪਰ ਕੈਸ਼ ਨਹੀਂ ਪਿਆ ਹੁੰਦਾ, ਮੇਰੇ ਦਰਾਜ ਵਿੱਚ ਹੀ ਮੋਸਟਲੀ ਪਿਆ ਹੁੰਦਾ ਆ, ਉਹ ਤੁਹਾਨੂੰ ਮੈਂ ਦੇ ਦਿੱਤਾ। ਫਿਰ ਉਹਨਾਂ ਨੇ ਮੈਨੂੰ ਵੀ ਮੇਰੇ ਸਹਿਯੋਗੀ ਦੇ ਨਾਲ, ਮੇਰੇ EMPLOYE ਦੇ ਨਾਲ ਨਾ ਰਸੋਈ 'ਚ ਹੀ ਬੰਦ ਕਰ ਦਿੱਤਾ। ਫਿਰ ਆਪ ਹੀ ਚਾਬੀਆਂ ਲੈ ਕੇ ਛਾਣਬੀਨ ਕਰਦੇ ਰਹੇ। ਫਿਰ ਸਾਨੂੰ ਰਸੋਈ ਦੇ ਵਿੱਚ ਬੰਦ ਕਰਕੇ ਹੀ ਚਲੇ ਗਏ। ਤੇ ਹੁਣ ਤੁਹਾਨੂੰ ਸੁਣਾ ਦਿੰਦੇ ਆ ਮੌਕੇ ਤੇ ਪਹੁੰਚੀ ਪੁਲਿਸ ਟੀਮ ਦਾ ਕੀ ਕਹਿਣਾ ਸੀ। ਉਹ ਟੀਸੇ ਘਰ ਰੋਡ ਜੀਰਾ ਤੇ ਫੈਨਸ ਦੀ ਦੁਕਾਨ, ਫੈਨਸ ਵਿੱਚੋਂ 2 ਹਥਿਆਰਬੰਦ ਨੌਜਵਾਨ ਜਿਨ੍ਹਾਂ ਨੇ ਪੱਗਾਂ ਤੇ ਮੂੰਹ ਬੰਨੇ ਸਨ, ਉਹਨਾਂ ਕੋਲੋਂ 2,37,000 ਰੁਪਏ ਤੇ 2 ਮੋਬਾਈਲ ਸੈਮਸੰਗ ਦੇ ਖੋਹ ਕੇ ਲੈ ਗਏ ਹਨ। ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਬੜੀ ਬਰੀਕੀ ਨਾਲ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮੇ ਦਾ ਨਿਪਟਾਰਾ ਕੀਤਾ ਜਾਏਗਾ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਕਰਦੇ ਹਾਂ ਨਸ਼ੇ ਦੀ। ਨਸ਼ੇ ਦਾ ਦੈਂਤ ਪੰਜਾਬ ਦਾ ਪਿੱਛਾ ਨਹੀਂ ਛੱਡ ਰਿਹਾ। ਲਗਾਤਾਰ ਸਰਕਾਰਾਂ ਆਉਂਦੀਆਂ ਨੇ, ਦਾਅਵੇ ਕਰਦੀਆਂ ਨੇ, ਵਾਅਦੇ ਕਰਦੀਆਂ ਨੇ, ਪਰ ਉਹ ਵਫਾ ਨਹੀਂ ਹੁੰਦੇ। ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰ ਜਿਹੜੇ ਨੇ ਉਹ ਖੋਲ੍ਹੇ ਜਾਂਦੇ ਨੇ, ਪਰ ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਕਰੀਏ ਤਾਂ ਸਰਕਾਰੀ ਨਾਲੋਂ ਭੀੜ ਜਿਹੜੀ ਹੈ ਉਹ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜ਼ਿਆਦਾ ਦਿਖਦੀ ਹੈ। ਹਾਲਾਂਕਿ ਸ਼ਿਕਾਇਤਾਂ ਇਹ ਵੀ ਆਉਂਦੀਆਂ ਨੇ ਕਿ ਕਈ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜਿਹੜੀਆਂ ਉਹ ਲੁੱਟ ਵੀ ਕੀਤੀ ਜਾਂਦੀ ਹੈ ਪੀੜਤਾਂ ਦੀ, ਜਾਂ ਕਹਿ ਲਈਏ ਕੁੱਟ ਵੀ ਕੀਤੀ ਜਾਂਦੀ ਹੈ। ਪਰ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਜਾਂਚ ਦੇ ਵਿੱਚ ਚੱਲਦੇ ਰਹਿੰਦੇ ਨੇ। ਤੇ ਪਰ ਤਾਜ਼ਾ ਜੋ ਸਾਡੇ ਕੋਲੇ ਜਾਣਕਾਰੀ ਸਾਹਮਣੇ ਆਈ ਹੈ, ਬਠਿੰਡਾ ਜ਼ਿਲ੍ਹੇ ਦੇ ਵਿੱਚ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾ ਸਕੇ। ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਸੀ ਉਹ 7 ਨਸ਼ਾ ਛੁਡਾਊ ਕੇਂਦਰ ਜਿਹੜੇ ਸੀ ਉਹ ਚੱਲ ਰਹੇ ਸੀ, ਤੇ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ 20 ਹੋਰ ਨਸ਼ਾ ਛੁਡਾਊ ਕੇਂਦਰਾਂ ਦਾ ਇਜ਼ਾਫਾ ਕੀਤਾ ਜਾਊਗਾ, ਯਾਨੀ 27 ਹੋ ਜਾਣਗੇ। ਸੋ ਇਹ ਇੱਕ ਵੱਡੀ ਜਾਣਕਾਰੀ ਹੈ ਨੌਜਵਾਨਾਂ ਦੇ ਲਈ ਜੋ ਨਸ਼ਾ ਛੱਡਣਾ ਚਾਹੁੰਦੇ ਨੇ, ਉਹਨਾਂ ਪਰਿਵਾਰਾਂ ਦੇ ਲਈ ਜੋ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਨੌਜਵਾਨ ਇਹਨਾਂ ਨਸ਼ਿਆਂ ਤੋਂ ਪੀੜਤ ਨੇ, ਕਿ ਉਹ ਇਹਨਾਂ ਨਸ਼ਾ ਛੁਡਾਊ ਕੇਂਦਰਾਂ ਦਾ ਫਾਇਦਾ ਲੈ ਸਕਦੇ ਨੇ। ਤੇ ਇੱਥੇ ਬਹੁਤ ਘੱਟ ਆਪਾਂ ਕਹਿ ਲਈਏ ਖਰਚੇ ਜਾਂ ਕਹਿ ਲਈਏ ਮੁਫਤ ਦੇ ਵਿੱਚ ਨਸ਼ਾ ਛੁਡਾਇਆ ਜਾਏਗਾ। ਸੋ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ। ਵੇਖਣਾ ਹੋਏਗਾ ਕਿ ਅੱਗੇ ਇਸ ਦਾ ਪ੍ਰਭਾਵ ਕਿੰਨਾ ਕੁ ਪੈਂਦਾ, ਕਿਉਂਕਿ ਸਭ ਤੋਂ ਜ਼ਰੂਰੀ ਹੈ ਉਹਨਾਂ ਨੌਜਵਾਨਾਂ ਨੂੰ ਮੋਟੀਵੇਟ ਕਰਕੇ, ਪ੍ਰੇਰਿਤ ਕਰਕੇ ਇਹਨਾਂ ਨਸ਼ਾ ਛੁਡਾਊ ਕੇਂਦਰਾਂ ਤੱਕ ਲੈ ਕੇ ਆਉਣਾ। ਜੋ ਸਭ ਤੋਂ ਅਹਿਮ ਹੈ ਉਹ ਇਹ ਹੈ। ਵੇਖਣਾ ਹੋਏਗਾ ਕਿ ਇਹਨਾਂ ਨਸ਼ਾ ਛੁਡਾਊ ਕੇਂਦਰਾਂ ਤੱਕ ਅਸੀਂ ਕਿੰਨੇ ਨੌਜਵਾਨਾਂ ਨੂੰ ਲਿਆ ਪਾਉਂਦੇ ਹਾਂ ਤੇ ਫਿਰ ਉਹਨਾਂ ਦਾ ਇਲਾਜ ਸਰਕਾਰ ਕਿਸ ਹੱਦ ਤੱਕ ਕਰ ਪਾਉਂਦੀ ਹੈ, ਕਿਉਂਕਿ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਵੀ ਅਕਸਰ ਜਿਹੜਾ ਉਹ ਕਦੀ ਦਵਾਈਆਂ ਦੀ ਘਾਟ ਹੁੰਦੀ ਹੈ, ਕਦੀ ਸਹੂਲਤਾਂ ਦੀ ਘਾਟ ਹੁੰਦੀ ਹੈ। ਇਹ ਸਰਕਾਰ ਨੂੰ ਖਾਸ ਤੌਰ ਤੇ ਧਿਆਨ ਦੇਣਾ ਹੋਏਗਾ। ਸੁਣਾ ਦਿੰਦੇ ਹਾਂ ਕਿ ਇਸ ਸੰਬੰਧ ਦੇ ਵਿੱਚ ਜਾਣਕਾਰੀ ਹੋਰ ਕੀ ਹੈ। ਪਹਿਲਾਂ ਸਰ ਆਪਣੇ ਜ਼ਿਲ੍ਹੇ 'ਚ 20 ਔਰ ਕਲੀਨਿਕ ਚੱਲਦੇ ਸੀ, 7 ਔਰ ਕਲੀਨਿਕ ਚੱਲਦੇ ਸੀਗੇ ਤੇ 20 ਨਵੇਂ ਖੁੱਲ ਰਹੇ ਆ। ਕੁੱਲ 27 ਔਰ ਕਲੀਨਿਕ ਹੋ ਜਾਣਗੇ ਆਪਣੇ ਜ਼ਿਲ੍ਹੇ 'ਚ ਕੰਮ। ਨਵੇਂ ਖੁੱਲ੍ਹਣ ਦਾ ਕਾਰਨ ਇਹ ਹੈ ਕਿ ਮਰੀਜ਼ਾਂ ਨੂੰ ਹੁਣ ਘੱਟੋ ਘੱਟ ਜੇ ਮੰਨ ਲਓ ਕਿ ਇਹਨੂੰ 20 ਕਿਲੋਮੀਟਰ 30 ਕਿਲੋਮੀਟਰ ਦੂਰ ਜਾਣਾ ਪੈਂਦਾ ਦਵਾਈ ਲੈਣ। ਇਸ ਤਰ੍ਹਾਂ ਸਰਕਾਰ ਦਾ ਇਹ ਚੰਗਾ ਇੱਕ ਉਹ ਹੈ ਮੋਟਿਵ ਵੀ ਮਰੀਜ਼ 5-7 ਕਿਲੋਮੀਟਰ ਵਿੱਚ ਜਾ ਕੇ ਆਪਣੀ ਦਵਾਈ ਲੈ ਸਕੇ, ਜਾਂ ਉਦੋਂ ਵੀ ਨੇੜੇ ਨੂੰ ਦਵਾਈ ਮਿਲ ਜਾ ਕਰੇ ਤੇ ਉਹਦਾ ਟਾਈਮ ਖਰਾਬ ਨਾ ਕਰੇ। ਤੇ ਜਿਹੜੇ ਔਰ ਸੈਂਟਰ ਤੇ ਮੰਨ ਲਓ 700-800 1000 ਮਰੀਜ਼ ਦਾ ਰਸ਼ ਹੋ ਰਿਹਾ, ਉਹ ਰਸ਼ ਡਿਵਾਈਡ ਹੋ ਜਾਏਗਾ, ਰਸ਼ ਘੱਟ ਜਾਏਗਾ, ਮਰੀਜ਼ ਦਾ ਸਮਾਂ ਘੱਟ ਲੱਗੇਗਾ ਤੇ ਉਹ ਜਲਦੀ ਆਪਣੀ ਦਿਹਾੜੀ ਤੇ ਜਾ ਕੇ ਕੰਮ ਕਰ ਸਕੇਗਾ ਦਵਾਈ ਲੈ ਕੇ। ਇਸ ਕਰਕੇ ਨਵੇਂ ਔਰ ਸੈਂਟਰ ਖੋਲ੍ਹੇ ਜਾ ਰਹੇ ਨੇ ਪੰਜਾਬ 'ਚ। ਕੁੱਲ ਮਤਲਬ ਪਹਿਲਾਂ 200 ਔਰ ਕਲੀਨਿਕਾਂ ਨੂੰ 500 ਕਰ ਰਹੀ ਹੈ ਗੌਰਮੈਂਟ। ਉਹਨਾਂ ਵਿੱਚੋਂ ਆਪਣੇ ਜ਼ਿਲ੍ਹੇ ਵਿੱਚ 20 ਨਵੇਂ ਖੁੱਲ੍ਹੇ ਨੇ
ਬਠਿੰਡੇ ਸ਼ਹਿਰ ਲੋਕਲ ਵਿੱਚ ਇੱਕ ਪਹਿਲਾਂ ਚੱਲਦਾ ਜ਼ਿਲ੍ਹਾ ਹਸਪਤਾਲ ਦਾ ਰੀਹੈਬਿਲਿਟੇਸ਼ਨ ਸੈਂਟਰ ਵਿੱਚ ਤੇ ਚਾਰ ਆਪਣੇ ਜਿਹੜੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਉਹਨਾਂ ਤੇ ਨਵੇਂ ਔਰਗਨ ਖੁੱਲ੍ਹੇ ਨੇ। ਬਾਕੀ ਫੀਲਡ ਬਲਾਕ ਸਾਰੇ ਬਲਾਕਾਂ 'ਚ ਵੰਡ ਕੇ ਕੁੱਲ 20 ਔਰਗਨ ਨਵੇਂ ਖੁੱਲ੍ਹੇ ਨੇ। ਦੇਖੋ ਨੌਜਵਾਨ ਬਹੁਤ ਜ਼ਿਆਦਾ ਆ ਰਹੇ ਨਸ਼ਾ ਛੱਡਣ ਵਾਸਤੇ। ਠੀਕ ਹੈ, ਇੱਕ ਚੇਨ ਟੁੱਟੀ ਹੈ ਇੱਕ ਵਾਰ, ਜਿਵੇਂ ਲੱਗਦਾ ਕਿ ਤਾਂ ਕਰਕੇ ਮਰੀਜ਼ ਬਹੁਤ ਵਧੇ ਨੇ। ਸਾਡੇ ਕੋਲ ਜਿਵੇਂ ਇੰਡੋਰ ਹੈ, ਇੰਡੋਰ 'ਚ ਇਸ ਸਮੇਂ ਨਸ਼ਾ ਛੱਡਣ ਵਾਲੇ 42 ਮਰੀਜ਼ ਦਾਖਲ ਡੀਡਿਕਸ਼ਨ ਸੈਂਟਰ 'ਚ ਪਏ ਹੈ ਤੇ 22 ਮਰੀਜ਼ ਸਾਡੇ ਕੋਲੇ ਮੁੱਢ ਸੇਵਾ ਕੇਂਦਰ 'ਚ ਦਾਖਲ ਪਏ ਨੇ। ਤੇ ਸਾਡੇ ਮਤਲਬ ਵੀ ਇੰਨੇ ਜ਼ਿਆਦਾ ਮਰੀਜ਼ ਕਦੀ ਰਹੇ ਨਹੀਂ ਹੈ। ਹੁਣ ਕਾਫੀ ਮਰੀਜ਼ ਆ ਰਹੇ ਹੈ ਨਸ਼ਾ ਛੱਡਣ ਵਾਸਤੇ। ਅਸੀਂ ਹੋਰ ਸੈਂਟਰਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਜਿਹੜਾ ਫੁੱਟਫਾਲ ਹੈ ਦਿੱਲੀ ਦਾ ਵਧਿਆ, ਨਵੀਂ ਰਜਿਸਟ੍ਰੇਸ਼ਨ ਕਾਫੀ ਜ਼ਿਆਦਾ ਵੱਧ ਗਈ ਹੈ। ਇਹ ਤਾਂ ਹੈ ਚੰਗੀ ਗੱਲ ਹੈ। ਇਹ ਚੰਗੀ ਗੱਲ ਹੈ ਕਿ ਮਰੀਜ਼ ਵੱਧ ਆ ਰਹੇ ਨਸ਼ਾ ਛੱਡਣ ਦੀ, ਕਿਉਂਕਿ ਬਾਹਰ ਨਸ਼ੇ ਦੀ ਚੇਨ ਸਪਲਾਈ ਬੰਦ ਹੋ ਗਈ ਤੇ ਮਰੀਜ਼ ਹੁਣ ਜਾਂ ਜਿਹੜੇ ਇਸ ਚੀਜ਼ ਨਾਲ ਗ੍ਰਸਤ ਨੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ। ਤੇ ਹੁਣ ਗੱਲ ਕਰੀਏ ਬਠਿੰਡਾ ਦੇ ਵਿੱਚ ਡੇਂਗੂ ਦੀ ਮਾਰ ਇਸ ਵਾਰ ਜ਼ਿਆਦਾ ਪੈ ਸਕਦੀ ਹੈ। ਅਲਰਟ ਹੋਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਮਈ ਮਹੀਨਾ ਚੱਲ ਰਿਹਾ ਹੈ। ਜਦੋਂ ਲੋ ਵਗਦੀ ਹੈ ਉਸ ਵੇਲੇ ਡੇਂਗੂ ਮੱਛਰ ਤੱਕ ਹੀ ਉਸ ਦਾ ਲਾਰਵਾ ਵੀ ਨਹੀਂ ਪਨਪ ਸਕਦਾ ਹੁੰਦਾ। ਪਰ ਹੁਣ ਤੱਕ ਲਗਾਤਾਰ 3 ਦਰਜਨ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਸਿਹਤ ਵਿਭਾਗ ਦੀ ਜਾਂਚ ਦੇ ਵਿੱਚ ਜਿੱਥੇ ਡੇਂਗੂ ਦਾ ਲਾਰਵਾ ਪਾਇਆ ਗਿਆ। ਜੇਕਰ ਹੁਣੇ ਤੋਂ ਲਾਰਵਾ ਮਿਲਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਗਲੇ ਸਮੇਂ ਦੇ ਵਿੱਚ ਡੇਂਗੂ ਦੀ ਮਾਰ ਜੋ ਸੀਜ਼ਨ ਆਏਗਾ ਬਰਸਾਤਾਂ ਦਾ ਉਸ ਵੇਲੇ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸੋ ਅਲਰਟ ਹੋਣ ਦੀ ਲੋੜ ਹੈ। ਲੋਕਾਂ ਨੂੰ ਖੁਦ ਸਹਿਯੋਗ ਕਰਨਾ ਚਾਹੀਦਾ ਹੈ ਕਿ ਕਿਤੇ ਤਾਜ਼ਾ ਪਾਣੀ ਜਾਂ ਕਿਸੇ ਵੀ ਤਰ੍ਹਾਂ ਦਾ ਪਾਣੀ ਜਿਹੜਾ ਉਹ ਗਮਲਿਆਂ ਦੇ ਵਿੱਚ ਜਾਂ ਹੋਰ ਫਾਲਤੂ ਘਰਾਂ ਦੇ ਆਸ-ਪਾਸ ਨਾ ਖੜਾ ਰਹਿਣ ਦਿੱਤਾ ਜਾਵੇ, ਜਿਸ ਦੇ ਨਾਲ ਸਮਾਜ ਨੂੰ ਜਾਂ ਆਸ-ਪਾਸ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਸੀਂ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਾ ਸਕੀਏ। ਦੂਜੇ ਪਾਸੇ ਗੱਲ ਕਰੀਏ ਤਾਂ ਗਰਮੀ ਦੀ ਮਾਰ ਜਿਹੜੀ ਆ ਉਹ ਬਹੁਤ ਵਧੀ ਹੋਈ ਹੈ। ਇਸ ਵੇਲੇ ਹਸਪਤਾਲਾਂ ਦੇ ਵਿੱਚ ਜ਼ਿਆਦਾਤਰ ਮਰੀਜ਼ ਜਿਹੜੇ ਨੇ ਉਹ ਗਰਮੀ ਕਾਰਨ ਬਿਮਾਰ ਹੋ ਕੇ ਆ ਰਹੇ ਨੇ। ਸਰਕਾਰੀ ਹਸਪਤਾਲਾਂ ਦੇ ਅੰਕੜੇ ਦੀ ਗੱਲ ਕਰੀਏ, ਗਰਮੀ ਦੇ ਮਰੀਜ਼ਾਂ ਦੀ ਜਿਹੜੀ ਦਰ ਫੀਸਦੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਕਹਿ ਲਈਏ ਕਿ ਜੋ ਮਰੀਜ਼ ਆ ਰਹੇ ਨੇ ਉਹਨਾਂ ਚੋਂ 70% ਮਰੀਜ਼ ਜਿਹੜੇ ਨੇ ਉਹ ਗਰਮੀ ਦੀ ਮਾਰ ਕਰਕੇ ਆ ਰਹੇ ਨੇ। 2 ਮੌਤਾਂ ਬਠਿੰਡਾ ਦੇ ਵਿੱਚ ਗਰਮੀ ਕਾਰਨ ਹੁਣ ਤੱਕ ਹੋ ਚੁੱਕੀਆਂ ਨੇ ਤੇ ਲਗਾਤਾਰ ਅਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਬੇਹੋਸ਼ ਹੋ ਕੇ ਫਲਾਂ ਥਾਂ ਤੇ ਫਲਾਂ ਵਿਅਕਤੀ ਡਿੱਗ ਪਿਆ। ਸੋ ਆਪਣਾ ਬਚਾਅ ਰੱਖੋ। ਪਰ ਦੱਸ ਦਈਏ ਕਿ ਹਸਪਤਾਲਾਂ ਦੇ ਵਿੱਚ ਗਰਮੀ ਕਾਰਨ ਜਿਹੜੇ ਨੇ ਉਹ ਮਾਮਲੇ ਵੱਧਦੇ ਜਾ ਰਹੇ ਨੇ। ਅਜਿਹੇ ਕੇਸ ਮਰੀਜ਼ਾਂ ਦੇ ਵੱਧਦੇ ਜਾ ਰਹੇ ਨੇ ਜੋ ਗਰਮੀ ਕਾਰਨ ਬਿਮਾਰ ਹੋ ਕੇ ਆ ਰਹੇ ਨੇ। ਤੇ ਬੁਲੇਟਿਨ ਦੇ ਅੰਤ ਵਿੱਚ ਮੌਸਮ ਦੀ ਗੱਲ ਕਰ ਲੈਂਦੇ ਹਾਂ। ਤਾਪਮਾਨ ਜਿਹੜਾ ਹੈ ਉਹ ਬਠਿੰਡਾ ਦੇ ਵਿੱਚ ਅੱਜ ਫਿਰ 45 ਡਿਗਰੀ ਤੋਂ ਉੱਪਰ ਰਿਹਾ ਹੈ। 45.6 ਡਿਗਰੀ ਤੱਕ ਤਾਪਮਾਨ ਚੜਿਆ ਤੇ ਘੱਟੋ ਘੱਟ ਤਾਪਮਾਨ ਜਿਹੜਾ ਉਹ 24 ਡਿਗਰੀ ਰਿਹਾ। ਜ਼ਾਹਿਰ ਹੈ ਕਿ ਹਵਾ ਜਿਹੜੀ ਹੈ ਉਹ ਤੇਜ਼ ਚੱਲਦੀ ਰਹੀ ਤਾਂ ਉਹ ਤੇਜ਼ ਹਵਾ ਜਿਹੜੀ ਇੱਕ ਲੂ ਦੇ ਰੂਪ ਦੇ ਵਿੱਚ ਲੋਕਾਂ ਨੂੰ ਲੂੰਹਦੀ ਰਹੀ ਤੇ ਅੱਜ ਵੀ ਰਾਹਤ ਨਹੀਂ ਮਿਲੀ। ਹਾਲਾਂਕਿ ਮੌਸਮ ਵਿਭਾਗ ਤੋਂ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਵੀ ਆਉਂਦੀ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਰਾਹਤ ਮਿਲ ਸਕਦੀ ਹੈ, ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ। ਪਰ ਅਜੇ ਤੱਕ ਹਵਾ ਜਿਹੜੀ ਹੈ ਉਹ ਤੇਜ਼ ਜ਼ਰੂਰ ਹੋਈ ਹੈ ਤੇ ਬਾਰਿਸ਼ ਬਠਿੰਡਾ ਖੇਤਰ ਦੇ ਵਿੱਚ ਕਿਤੇ ਵੀ ਜਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਮੌਸਮ ਅਜੇ ਕਿਸੇ ਪਾਸੇ ਵੀ ਨਹੀਂ ਦਿਖਿਆ। ਅੱਜ ਵੀ ਤੇਜ਼ ਹਵਾ ਚੱਲੀ ਪਰ 45 ਡਿਗਰੀ ਤੋਂ ਵੱਧ ਤਾਪਮਾਨ ਹੋਣ ਕਰਕੇ ਇਹ ਲੂ ਬਣ ਕੇ ਚੱਲਦੀ ਰਹੀ ਤੇ ਲੋਕਾਂ ਨੂੰ ਲੂੰਹਦੀ ਰਹੀ। ਤੇ ਜਾਂਦੇ ਜਾਂਦੇ ਫੇਰ ਇੱਕ ਨਜ਼ਰ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਪੀਆਰਟੀਸੀ ਟਿਕਟ ਘੁਟਾਲੇ ਨਾਲ ਵਿਭਾਗ ਵਿੱਚ ਹੜਕੰਪ ਵਾਲੀ ਸਥਿਤੀ। ਜਾਂਚ ਲਈ ਫੇਰ ਪਹੁੰਚੀ ਵਿਸ਼ੇਸ਼ ਟੀਮ ਬਠਿੰਡਾ ਡਿਪੂ। ਕਰਮਚਾਰੀਆਂ ਤੇ ਅਧਿਕਾਰੀਆਂ ਤੇ ਇਲਜ਼ਾਮ, 20 ਕਰੋੜ ਰੁਪਏ ਦਾ ਪੀਆਰਟੀਸੀ ਨੂੰ ਲਗਾਇਆ ਚੂਨਾ। 4 ਸਾਲ ਤੱਕ ਬਠਿੰਡਾ, ਮਲੋਟ, ਚੰਡੀਗੜ੍ਹ ਵਿੱਚ ਵਰਤੀਆਂ ਗਈਆਂ ਚੋਰੀ ਦਿਖਾਈਆਂ ਟਿਕਟ ਮਸ਼ੀਨਾਂ। ਪਾਵਰਕਾਮ ਬਿਜਲੀ ਸੰਕਟ ਨਾਲ ਨਿਪਟਣ ਲਈ ਖਰੀਦੇਗਾ ਮਹਿੰਗਾ ਵਿਦੇਸ਼ੀ ਕੋਲਾ। 1500 ਕਰੋੜ ਰੁਪਏ ਦਾ ਪਵੇਗਾ ਵਾਧੂ ਬੋਝ। 1 ਜੁਲਾਈ ਤੋਂ ਮਿਲਣ ਵਾਲੀ ਮੁਫਤ ਬਿਜਲੀ ਯੋਜਨਾ ਪੈ ਸਕਦੀ ਹੈ ਖਟਾਈ ਵਿੱਚ। ਡੇਰਾ ਸਿਰਸਾ ਵਿੱਚ ਦਿਲ ਜੋੜ ਮਾਲਾ ਪਾ ਕੇ ਹੁੰਦੇ ਵਿਆਹਾਂ ਤੇ ਲਟਕੀ ਕਾਨੂੰਨੀ ਤਲਵਾਰ। ਬਠਿੰਡਾ ਅਦਾਲਤ ਵਿੱਚ ਮਿਲੀ ਚੁਣੌਤੀ। ਇੱਕ ਕੇਸ ਵਿੱਚ ਡੇਰਾ ਸਮੇਤ ਸਬੰਧ ਧਿਰਾਂ ਨੂੰ ਸੰਮਨ ਜਾਰੀ। ਕਾਨੂੰਨੀ ਧਾਰਮਿਕ ਮਾਨਤਾ ਦਾ ਮੰਗਿਆ ਆਧਾਰ। ਅਤੇ ਬਠਿੰਡਾ ਬਰਨਾਲਾ ਰੋਡ ਤੇ ਪਲਟਿਆ ਗੰਢਿਆਂ ਦਾ ਭਰਿਆ ਟਰੱਕ। ਲੋਕਾਂ ਨੂੰ ਲੱਗੀਆਂ ਮੌਜਾਂ। ਲੱਖਾਂ ਦਾ ਮਾਲ ਹੋਇਆ ਗਾਇਬ। ਸੜਕ ਨਿਰਮਾਣ ਕੰਪਨੀ ਤੇ ਲਾਪਰਵਾਹੀ ਦੇ ਇਲਜ਼ਾਮ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਇਜਾਜ਼ਤ ਦਿਓ।
ਧੰਨਵਾਦ।